ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਬੈਠ ਕਰਕੇ ਸਰਵਣ ਕਰਦੀਆਂ ਹੋ, ਉਹਨਾਂ ਚੱਲ ਰਹੀਆਂ ਗੁਰਬਾਣੀ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ। ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ, ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ ਅਦਬ ਸਹਿਤ। ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ। ਨਿਰਮਲ ਨਾਮ ਸੁਧਾ ਭਰਪੂਰਨ। ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰ। ਗਹਿਰ ਗੰਭੀਰ ਅਥਾਹ ਅਤ ਬਡ। ਸੋ ਭਰ ਸਦਾ ਸਭ ਬਿਦ ਰਤਨਾਗਰ। ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਭੱਟ ਮਥੁਰਾ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ। ਸਵਈਏ ਮਹੱਲੇ ਚੌਥੇ ਕੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1404 ਦੇ ਉੱਪਰ ਸੁਭਾਈਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਜੋ ਭੱਟ ਮਥੁਰਾ ਜੀ ਨੇ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ, ਉਹਦੇ ਵਿੱਚ ਉਹਨਾਂ ਨੇ ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸ਼ੋਭਾ, ਸਤਿਗੁਰੂ ਰਾਮਦਾਸ ਸਾਹਿਬ ਜੀ ਦੀ ਵਡਿਆਈ ਜਿਹੜੀ ਉਹਨੂੰ ਗਾਇਨ ਕੀਤਾ। ਸਤਿਗੁਰੂ ਰਾਮਦਾਸ ਸਾਹਿਬ ਜੀ ਦੀ ਸ਼ੋਭਾ ਕਰਦਿਆਂ ਹੋਇਆਂ ਉਹਨਾਂ ਨੇ ਅੱਜ ਇੱਕ ਸਰਵਰ ਦੀ ਬਾਤ ਕੀਤੀ, ਇੱਕ ਸਰੋਵਰ ਦੀ ਗੱਲ ਕੀਤੀ। ਤੇ ਉਸ ਸਰੋਵਰ ਦੀ ਬਾਤ ਅੱਜ ਭੱਟ ਜੀ ਕਰਦੇ ਜਿਹੜਾ ਮੈਲ ਤੋਂ ਰਹਿਤ ਹੈ। ਜਦੋਂ ਪਾਣੀ ਦੇ ਸੋਮਿਆਂ ਦੀ ਗੱਲ ਕੀਤੀ ਜਾਂਦੀ ਹੈ ਨਾ, ਤੇ ਅੱਜ ਦੇ ਸਮੇਂ ਵਿੱਚ ਪਾਣੀ ਦਾ ਹਰ ਸੋਮਾ ਮੈਲ ਦੇ ਨਾਲ ਭਰਿਆ ਹੋਇਆ। ਇਹ ਕਾਰਨ ਹੈ ਕਿ ਅੱਜ ਵਗ ਰਿਹਾ ਪਾਣੀ ਇਨਸਾਨ ਆਪਣੇ ਪੀਣ ਯੋਗ ਨਹੀਂ ਸਮਝਦਾ, ਕਿਉਂਕਿ ਹਰ ਜਗ੍ਹਾ ਦੇ ਉੱਤੇ ਮੈਲ ਹੀ ਮੈਲ, ਗੰਦਗੀ ਹੀ ਗੰਦਗੀ ਪਈ ਹੈ।
ਇੱਕ ਨਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ੋਭਾ ਵਿੱਚ ਆਪਾਂ ਬਚਨ ਵਿਚਾਰ ਕੇ ਆਏ ਸਾਂ, ਜਿੱਥੇ ਭੱਟ ਜੀ ਨੇ ਜ਼ਿਕਰ ਕਰਦੇ ਆਖਿਆ ਸੀ, ਕਨ ਹਰ ਬੂੰਦ ਬਸੋਹ ਰੋਮਾਵਲ ਕੁਸਮ ਬਸੰਤ ਗਨੰਤ ਨ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ ਭਾਲੇ, ਉਨ੍ਹਾਂ ਜੋ ਗਾਵੈ ਭੱਲੇ, ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ। ਇਹ ਪੱਖ ਮੈਂ ਤਾਂ ਰੱਖਣ ਲੱਗਿਆ, ਉੱਥੇ ਭੱਟ ਜੀ ਨੇ ਜ਼ਿਕਰ ਕੀਤਾ ਸੀ ਕਿ ਰੱਬ ਦੀ ਬਣਾਈ ਹੋਈ ਕੁਦਰਤ ਦੇ ਵਿੱਚ ਉਹ ਚੀਜ਼ਾਂ, ਉਹ ਪਦਾਰਥ, ਉਹ ਵਸਤੂਆਂ ਜਿਨ੍ਹਾਂ ਨੂੰ ਸਮਾਜ ਅਣਗਿਣਤ ਸਮਝਦਾ ਹੈ। ਆਕਾਸ਼ ਵਿਚਲੇ ਤਾਰੇ, ਸਮੁੰਦਰ ਦੀਆਂ ਗਹਿਰਾਈਆਂ ਜਾਂ ਹੋਰ ਕਈ ਚੀਜ਼ਾਂ, ਆਸਮਾਨ ਤੋਂ ਡਿੱਗਣ ਵਾਲੀਆਂ ਪਾਣੀ ਦੀਆਂ ਬੂੰਦਾਂ, ਵਰਖਾ ਦੀਆਂ ਬੂੰਦਾਂ, ਇਹ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਅਣਗਿਣਤ ਨੇ। ਪਰ ਭੱਟ ਜੀ ਨੇ ਬੜੇ ਪਿਆਰ ਦੇ ਨਾਲ ਸਤਿਗੁਰੂ ਅਮਰਦਾਸ ਜੀ ਦੀ ਜਦੋਂ ਸ਼ੋਭਾ ਕੀਤੀ ਨਾ, ਤੇ ਉਹਨਾਂ ਜ਼ਿਕਰ ਕਰਦਿਆਂ ਇਹ ਆਖਿਆ ਸੀ ਵੀ ਇੱਕ ਦਿਨ ਹੋ ਸਕਦਾ ਐਸਾ ਆ ਜਾਏ ਜਿਸ ਦਿਨ ਆਕਾਸ਼ ਵਿਚਲੇ ਤਾਰੇ ਵੀ ਇਨਸਾਨ ਗਿਣ ਲਵੇ। ਇੱਕ ਦਿਨ ਐਸਾ ਆ ਜਾਏ ਜਿਸ ਦਿਨ ਆਸਮਾਨ ਵਿੱਚੋਂ ਡਿੱਗਣ ਵਾਲੀਆਂ ਬੂੰਦਾਂ ਦੀ ਗਿਣਤੀ ਵੀ ਮਨੁੱਖ ਕਰ ਜਾਏ। ਹੋ ਸਕਦਾ ਇੱਕ ਦਿਨ ਐਸਾ ਆ ਜਾਏ ਜਿਸ ਦਿਨ ਇਹ ਇਨਸਾਨ ਰੱਬ ਦੇ ਬਣਾਏ ਸਮੁੰਦਰਾਂ ਦੀ ਗਹਿਰਾਈ ਤੱਕ ਵੀ ਮਾਪ ਜਾਏ। ਪਰ ਜਦੋਂ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਤੁਹਾਡੀ ਸ਼ੋਭਾ, ਤੁਹਾਡੀ ਵਡਿਆਈ ਦੀ ਬਾਤ ਆਏਗੀ ਤੇ ਉਦੋਂ ਇਨਸਾਨ ਬੇਵੱਸ ਹੋ ਜਾਏਗਾ, ਕਿਉਂਕਿ ਨਾ ਤੁਹਾਡੀ ਸ਼ੋਭਾ ਗਿਣੀ ਜਾਵੇ, ਨਾ ਤੁਹਾਡੀ ਵਡਿਆਈ ਕੀਤੀ ਜਾਵੇ, ਤੇ ਨਾ ਹੀ ਤੁਹਾਡੇ ਗੁਣਾਂ ਨੂੰ ਗਾਇਨ ਕੀਤਾ ਜਾ ਸਕਦਾ। ਉਸ ਵਕਤ ਇਹੋ ਆਖਣਾ ਪਏਗਾ ਕਿ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ। ਸਰੋਵਰ ਹੁਣ ਸੰਸਾਰਕ ਤੌਰ ਤੇ ਵੀ ਬਹੁਤ ਨੇ, ਜਿਸ ਕਾਰਨ ਕਰਕੇ ਮੈਂ ਇਹ ਪੱਖ ਰੱਖਿਆ ਸੀ। ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਆ। ਅੱਜ ਭੱਟ ਮਥੁਰਾ ਜੀ ਨੇ ਸਤਿਗੁਰੂ ਰਾਮਦਾਸ ਜੀ ਦੇ ਲਈ ਲਫ਼ਜ਼ ਸਰਵਰ ਵਰਤਿਆ, ਸਰੋਵਰ ਵਰਤਿਆ, ਤੇ ਉਹ ਸਰੋਵਰ ਜਿਹੜਾ ਮੈਲ ਤੋਂ ਰਹਿਤ ਹੈ, ਨਿਰਮਲ ਸਰੋਵਰ। ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸ਼ੋਭਾ ਕਰਦੇ ਆ ਭੱਟ ਮਥੁਰਾ ਜੀ ਕਹਿੰਦੇ ਕਿ ਗੁਰੂ ਰਾਮਦਾਸ ਸਾਹਿਬ ਜੀ ਜਿਹੜਾ ਅਕਾਲ ਪੁਰਖ ਪਰਮੇਸ਼ਵਰ, ਮਤਲਬ ਤੁਹਾਡਾ ਨਾਮ ਹੈ, ਇਹ ਕੀ ਹੈ? ਨਿਰਮਲ ਨਾਮ, ਮੈਲ ਤੋਂ ਰਹਿਤ ਹੈ, ਸੁਧਾ ਪਰਪੂਰਨ, ਤੇ ਤੁਸੀਂ ਹਰ ਵਕਤ ਅੰਮ੍ਰਿਤ ਦੇ ਜਲ ਨਾਲ, ਨਾਮ ਰੂਪੀ ਜਲ ਦੇ ਨਾਲ ਪਰਿਪੂਰਨ ਹੋ, ਭਾਵ ਤੁਸੀਂ ਹਰ ਵਕਤ ਪੂਰੇ ਹੋਏ ਹੋ। ਸ਼ਬਦ ਤਰੰਗ, ਤੇ ਤੁਹਾਡੇ ਵਿੱਚੋਂ ਸ਼ਬਦ ਦੀਆਂ ਤਰੰਗਾਂ ਉੱਠਦੀਆਂ ਨੇ, ਲਹਿਰਾਂ ਉੱਠਦੀਆਂ ਨੇ। ਪ੍ਰਗਟ ਦਿਨ ਆਗਰ ਅੰਮ੍ਰਿਤ ਵੇਲੇ ਤੋਂ ਹੀ ਇਹ ਲਹਿਰਾਂ ਜਿਹੜੀਆਂ ਉਹ ਉੱਠਣ ਲੱਗ ਪੈਂਦੀਆਂ। ਜਦੋਂ ਅਖਰੀ ਅਰਥ ਕਰੋਗੇ, ਧੰਨ ਗੁਰੂ ਰਾਮਦਾਸ ਸਾਹਿਬ ਜੀ, ਤੁਸੀਂ ਇੱਕ ਬੜਾ ਵੱਡਾ ਸਰੋਵਰ ਹੋ ਜਿਹਦੇ ਵਿੱਚ ਨਾਮ ਦਾ ਜਲ ਪਰਿਪੂਰਨ ਹੈ, ਔਰ ਤੁਸੀਂ ਸਰੋਵਰ ਰੂਪ ਵਿੱਚੋਂ ਅੰਮ੍ਰਿਤ ਵੇਲੇ ਤੋਂ ਹੀ ਗੁਰਬਾਣੀ ਦੀਆਂ, ਸ਼ਬਦ ਦੀਆਂ ਤਰੰਗਾਂ ਜਿਹੜੀਆਂ ਉਹ ਉੱਠਣ ਲੱਗ ਪੈਂਦੀਆਂ ਨੇ, ਇਹਦੇ ਵਿੱਚੋਂ ਸ਼ਬਦ ਦੀਆਂ ਲਹਿਰਾਂ ਉੱਠਦੀਆਂ। ਸਤਿਗੁਰੂ ਰਾਮਦਾਸ, ਜਦੋਂ ਤੁਹਾਡੀ ਅਸੀਂ ਬਾਤ ਕਰੀਏ, ਸਰੋਵਰ ਪਾਣੀ ਦੇ ਸੋਮੇ ਸੰਸਾਰਕ ਤੌਰ ਤੇ ਵੀ ਬਹੁਤ ਨੇ। ਇੱਕ ਸਮਾਂ ਉਹ ਸੀ ਜਦੋਂ ਇਨਸਾਨ ਵਗ ਰਹੀਆਂ ਨਦੀਆਂ ਚੋਂ, ਨਹਿਰਾਂ ਚੋਂ ਤੇ ਦਰਿਆਵਾਂ ਦੇ ਵਿੱਚੋਂ ਪਾਣੀ ਲੈ ਕੇ ਤੇ ਆਪਣੀ ਪਿਆਸ ਬੁਝਾਉਂਦੇ ਸਨ। ਫਿਰ ਉਹ ਸਮਾਂ ਤਬਦੀਲ ਹੁੰਦਾ ਗਿਆ। ਹੌਲੀ ਹੌਲੀ ਇਨਸਾਨ ਇੱਥੋਂ ਤੱਕ ਪਹੁੰਚ ਗਿਆ ਕਿ ਉਹਨੇ ਖੂਹ ਪੱਟ ਕੇ ਆਪਣੀ ਪਿਆਸ ਜਿਹੜੀ ਉਹਨੂੰ ਬੁਝਾਉਣਾ ਸ਼ੁਰੂ ਕਰ ਲਿਆ। ਫਿਰ ਸਮਾਂ ਤਬਦੀਲ ਹੋਇਆ। ਤਬਦੀਲੀ ਦਾ ਕਾਰਨ ਸੀ ਕਿਉਂਕਿ ਇਨਸਾਨ ਨੇ ਦਰਿਆ ਵੀ ਗੰਧਲੇ ਕਰਨੇ ਸ਼ੁਰੂ ਕਰ ਲਏ, ਇਨਸਾਨ ਨੇ ਨਹਿਰਾਂ ਵੀ ਗੰਧਲੀਆਂ ਕਰ ਲਈਆਂ, ਇਨਸਾਨ ਨੇ ਵਗ ਰਹੀਆਂ ਨਦੀਆਂ ਦੇ ਪਾਣੀ ਨੂੰ ਵੀ ਗੰਧਲਾ ਕਰ ਲਿਆ।
ਇਹਨੂੰ ਖੂਹਾਂ ਤੱਕ ਆਉਣਾ ਪੈ ਗਿਆ। ਖੂਹ ਪੱਟ ਕੇ ਇਹਨੇ ਆਪਣੀ ਪਿਆਸ ਬੁਝਾਉਣੀ ਸ਼ੁਰੂ ਕਰ ਲਈ। ਫਿਰ ਸਮੇਂ ਨੇ ਕਰਵਟ ਲਈ, ਸਮਾਂ ਬਦਲਿਆ। ਐਸਾ ਸਮਾਂ ਆ ਗਿਆ ਕਿ ਇਨਸਾਨ ਦੀ ਹੁਣ ਖੂਹ ਨਾਲ ਵੀ ਭਰਪਾਈ ਨਹੀਂ ਹੋਈ। ਇਹਨੇ ਪਾਣੀ ਦਾ ਪ੍ਰਬੰਧ ਕਿਸੇ ਹੋਰ ਤਰੀਕੇ ਨਾਲ ਕਰਨਾ ਸ਼ੁਰੂ ਕਰ ਲਿਆ। ਹੁਣ ਅੱਜ ਦਾ ਜੇ ਹਾਲਾਤ ਵੇਖਾਂਗੇ ਤੇ ਹੁਣ ਜਿਹੜਾ ਪਾਣੀ ਇਨਸਾਨ ਆਪਣੇ ਪੀਣ ਯੋਗ ਲਈ ਲੈ ਰਿਹਾ ਜਾਂ ਪੀਣ ਯੋਗ ਪਾਣੀ ਜਿਹੜਾ ਇਹਨੇ ਵਰਤਣਾ ਆਪਣਾ ਨਿੱਜੀ ਵਰਤੋਂ ਵਾਸਤੇ, ਜਿਸ ਪਾਣੀ ਦੀ ਵਰਤੋਂ ਕਰਨੀ, ਉਹ ਪਾਣੀ ਦੀ ਡੂੰਘਾਈ ਬਹੁਤਾਤ ਗਿਣਤੀ ਵਿੱਚ ਵੱਧ ਚੁੱਕੀ ਹੈ। ਜੇ ਹੁਣ ਇਨਸਾਨ ਕਵੇ ਨਦੀਆਂ ਨਾਲਿਆਂ ਦੇ ਵਿੱਚੋਂ ਜਾਂ ਦਰਿਆਵਾਂ ਦੇ ਵਿੱਚੋਂ ਜਾਂ ਵਗ ਰਹੇ ਪਾਣੀਆਂ ਦੇ ਵਿੱਚੋਂ ਮੈਂ ਆਪਣੀ ਪਿਆਸ ਬੁਝਾ ਸਕਾਂ ਤੇ ਇੱਕ ਦਾ ਚਿੱਤ ਵੀ ਨਹੀਂ, ਕਿਉਂਕਿ ਇਨਸਾਨ ਖੁਦ ਜਾਣਦਾ ਹੈ ਕਿ ਉਹ ਵਗ ਰਹੇ ਪਾਣੀ ਨੂੰ ਮੈਂ ਜ਼ਹਿਰ ਬਣਾ ਚੁੱਕਿਆ। ਸਤਿਗੁਰੂ ਰਾਮਦਾਸ ਪਾਤਸ਼ਾਹ ਜਿਹੜੇ ਸੰਸਾਰਿਕ ਤੌਰ ਤੇ ਸਰੋਵਰ ਨੇ ਨਾ, ਉਹ ਸਰੋਵਰ ਸਮਾਂ ਪੈਣ ਤੇ ਗੰਧਲੇ ਹੋ ਗਏ। ਸਮਾਂ ਪੈਣ ਤੇ ਗੰਧਲੇ ਹੋ ਸਕਦੇ ਨੇ ਤੇ ਹੋ ਵੀ ਗਏ। ਪਰ ਜਦੋਂ ਸਤਿਗੁਰੂ ਤੇਰੇ ਵਾਲੇ ਪਾਸੇ ਵੇਖੀਏ, ਸੰਸਾਰਕ ਸਾਰੇ ਦਾ ਸਾਰਾ ਪਾਣੀ ਗੰਧਲਾ ਹੋ ਸਕਦਾ ਹੈ, ਪਰ ਤੁਸੀਂ ਇੱਕ ਐਸਾ ਸਰੋਵਰ ਜਿਹੜਾ ਕਦੇ ਵੀ ਮੈਲ ਨਾਲ ਨਹੀਂ ਭਰੇਗਾ, ਕਿਉਂਕਿ ਤੁਹਾਡੇ ਸਰੋਵਰ ਦੇ ਪ੍ਰਤੀ ਤੇ ਬਾਤ ਇਹ ਪ੍ਰਗਟਾਈ ਜਾਂਦੀ ਹੈ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਧੰਨ ਗੁਰੂ ਰਾਮਦਾਸ ਜੀ, ਇੱਕ ਐਸਾ ਸਰੋਵਰ ਤੁਸੀਂ ਬਣਾਇਆ ਜਿਸ ਸਰੋਵਰ ਵਿੱਚ ਆ ਕੇ ਬੈਠ ਕੇ ਇਸ਼ਨਾਨ ਕਰਨ ਵਾਲਾ ਜੀਵ ਆਪਣੇ ਸਾਰੇ ਦੀ ਸਾਰੀ ਮੈਲ ਤੇ ਉਤਾਰ ਲੈਂਦਾ, ਪਰ ਤੁਹਾਡੇ ਸਰੋਵਰ ਨੂੰ ਕਦੇ ਗੰਧਲਾ ਨਹੀਂ ਉਹ ਕਰਦਾ। ਸਰੋਵਰ ਹੀ ਤੁਸੀਂ ਐਸਾ ਸਿਰਜਿਆ। ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਜਦੋਂ ਬਾਤ ਕਰਦੇ ਆ ਨਾ, ਹੁਣ ਸਤਿਗੁਰੂ ਦੀ ਬਾਣੀ ਪੜੋ। ਬਾਬਾ ਫਰੀਦ ਜੀ ਨੇ ਇੱਕ ਬੜਾ ਪਿਆਰਾ ਜ਼ਿਕਰ ਕੀਤਾ, ਫਰੀਦਾ ਸੋਈ ਸਰਵਰ ਢੂੰਡ ਲਹੋ ਜਿੱਥੋਂ ਲੱਭੇ ਵੱਥ। ਜਿੱਥੋਂ ਵਸਤੂ ਮਿਲ ਜਾਏ, ਜਿੱਥੋਂ ਕੁਝ ਪ੍ਰਾਪਤ ਹੋਵੇ, ਜਿੱਥੋਂ ਲੱਭੀ ਵੱਥ। ਕਹਿੰਦੇ ਨਾਲ ਖਿਆਲ ਕਰੀ, ਛੱਪੜ ਦੇ ਵਿੱਚ ਹੱਥ ਮਾਰੇਗਾ ਨਾ ਤੇ ਮਿਲਣਾ ਕੁਛ ਨਹੀਂ ਸਿਵਾਏ ਚਿੱਕੜ ਨਾਲ ਹੱਥ ਲਿਬੜਨ ਤੋਂ। ਸਾਫ਼ ਪਾਣੀ ਵਿੱਚੋਂ ਕੁਛ ਪ੍ਰਾਪਤ ਹੋਵੇ ਨਾ ਹੋਵੇ, ਪਰ ਇੰਨਾ ਕੁ ਫਕਰ ਨਾਲ ਕਹਿ ਸਕਦੇ ਹਾਂ ਕਿ ਉਹ ਪਾਣੀ ਮੈਂ ਆਪਣੀ ਪਿਆਸ ਬੁਝਾਉਣ ਲਈ ਵਰਤ ਸਕਦਾ। ਉਹਦੇ ਵਿੱਚੋਂ ਕੁਛ ਮਿਲੇ ਭਾਵੇਂ ਨਾ ਮਿਲੇ। ਜੇ ਅਸੀਂ ਰਤਨਾਂ ਦੀ ਗੱਲ ਕਰਾਂਗੇ ਜਾਂ ਲਾਲਾਂ ਦੀ ਗੱਲ ਕਰਾਂਗੇ ਤੇ ਪਾਣੀ ਵਿੱਚੋਂ ਨਹੀਂ ਮਿਲਣਗੇ। ਹਰ ਪਾਣੀ ਵਿੱਚੋਂ ਕਦੇ ਰਤਨ ਨਹੀਂ ਮਿਲਿਆ ਕਰਦੇ। ਤੇ ਬਾਬਾ ਫਰੀਦ ਜੀ ਨੇ ਤੇ ਬਾਤ ਕੀਤੀ, ਕਹਿੰਦੇ ਸੋਈ ਸਰਵਰ ਢੂੰਡ ਲਹੋ ਜਿੱਥੋਂ ਲੱਭੀ ਵੱਥ। ਸੱਜਣਾ, ਉਹ ਸਰਵਰ ਲੱਭ ਜਿਸ ਸਰਵਰ ਦੇ ਵਿੱਚੋਂ ਤੈਨੂੰ ਵੱਥ ਮਿਲ ਜਾਏ, ਜਿੱਥੋਂ ਤੈਨੂੰ ਰਤਨ ਮਿਲ ਜਾਣ। ਕਿਉਂਕਿ ਛੱਪੜ ਨੂੰ ਢੂੰਡਿਆ, ਛੱਪੜ ਨੂੰ ਫਰੋਲਿਆ, ਕਦੇ ਕੋਈ ਵੱਥ ਜਾਂ ਵਸਤੂ ਪ੍ਰਾਪਤ ਨਹੀਂ ਹੋਈ। ਉੱਥੇ ਸਦਾ ਚਿੱਕੜ ਨਾਲ ਹੱਥ ਹੀ ਭਰਿਆ ਕਰਦੇ ਨੇ। ਇੱਕ ਬਾਬਾ ਕਬੀਰ ਜੀ ਦਾ ਬਚਨ ਬੜਾ ਪਿਆਰਾ, ਉਹਨਾਂ ਨਾ ਜ਼ਿਕਰ ਕਰਦੇ ਆ, ਉੱਥੇ ਆਖਿਆ, ਕਹਿੰਦੇ ਕਣਕ ਲਈ, ਕਣਕ ਦੇ ਦਾਣੇ ਲਏ ਤੇ ਮੈਂ ਪਿਸਾਉਣ ਵਾਸਤੇ ਤੁਰ ਪਿਆ। ਜਦੋਂ ਪਿਸਾਉਣ ਵਾਸਤੇ ਗਿਆ, ਕਹਿੰਦੇ ਉੱਥੇ ਕਣਕ ਮੈਂ ਦਿੱਤੀ, ਅਗਲੇ ਨੇ ਚੱਕੀ ਚ ਪਾ ਕੇ ਤੇ ਪੀਸਣੀ ਸ਼ੁਰੂ ਕਰਤੀ। ਉਹ ਪੀਸਣ ਲੱਗ ਪਿਆ। ਮੈਂ ਉਹਦੇ ਪੀਸਦਿਆਂ ਮੁੱਠ ਦਾਣਿਆਂ ਦੀ ਭਰਨੀ ਤੇ ਹੌਲੀ ਹੌਲੀ ਕਰਕੇ ਚੱਬੀ ਜਾਣੀ। ਉਹ ਪੀਸਦਾ ਗਿਆ। ਜਿੰਨਾ ਚਿਰ ਉਹਨੇ ਕਣਕ ਦੇ ਦਾਣੇ ਪੀਸੇ, ਉਹਨਾਂ ਚਿਰ ਮੈਂ ਉਹਨਾਂ ਦਾਣਿਆਂ ਨੂੰ ਨਾਲ ਨਾਲ ਚੱਬਦਾ ਵੀ ਰਿਹਾ, ਜਿੰਨੇ ਕਿ ਚੱਬੇ ਗਏ। ਤੇ ਕਹਿੰਦੇ ਹੋਇਆ ਕਿ ਉਹਨੇ ਆਟਾ ਬਣਾ ਕੇ ਸਾਰਾ ਮੈਨੂੰ ਦੇਤਾ। ਮੈਂ ਲੈ ਕੇ ਘਰ ਨੂੰ ਆ ਗਿਆ, ਤੁਰਿਆ ਆਵਾਂ। ਜਦੋਂ ਰਸਤੇ 'ਚ ਤੁਰਿਆ ਆਉਂਦਾ ਸੀ ਨਾ, ਤੇ ਐਸਾ ਕੌਤਕ, ਐਸੀ ਖੇਡ ਵਾਪਰੀ ਕਿ ਆਟਾ ਡਿੱਗ ਪਿਆ। ਡਿੱਗਿਆ ਵੀ ਐਸੀ ਥਾਂ ਤੇ ਜਿੱਥੋਂ ਸੰਭਾਲਿਆ ਨਹੀਂ ਸੀ ਜਾ ਸਕਦਾ, ਚੁੱਕਿਆ ਨਹੀਂ ਸੀ ਜਾ ਸਕਦਾ। ਫਿਰ ਚੇਤੇ ਆਇਆ, ਸੱਜਣਾ ਚੰਗਾ ਰਹਿ ਗਏ ਐ। ਪੀਸਦਿਆਂ ਜਿਹੜੇ 4-5 ਦਾਣੇ 10 ਦਾਣੇ ਤੂੰ ਖਾ ਲਏ, ਉਹੀ ਤੇਰੇ ਨਾਲ ਰਹਿ ਗਏ, ਬਾਕੀ ਤੇ ਸਾਰਾ ਹੀ ਚਿੱਕੜ 'ਚ ਡਿੱਗ ਪਿਆ।
ਜਿਹਨੂੰ ਬਾਬਾ ਕਬੀਰ ਜੀ ਨੇ ਆਖਿਆ ਸੀ, ਕਬੀਰ ਕੀਚੜ ਆਟਾ ਗਿਰ ਪਰਿਆ ਕਛੂ ਨਾ ਆਇਆ ਹਾਥ, ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ। ਸਾਥ ਤੇ ਉਹ ਹੀ ਨਿਭਿਆ ਜਿਹੜਾ ਪੀਸਦਿਆਂ ਚੱਬ ਲਿਆ, ਉਹ ਨਾਲ ਨਿਭਿਆ। ਹੁਣ ਜਦੋਂ ਚਿੱਕੜ ਦੀ ਅਸੀਂ ਗੱਲ ਕਰਦੇ ਆ ਨਾ, ਜੇ ਕਿਤੇ ਥੋੜਾ ਜਿਹਾ ਵੀ ਹੋਵੇ ਨਾ ਤੇ ਇਨਸਾਨ ਉਹਦੇ ਤੋਂ ਵਲ ਕੇ ਜਾਣ ਨੂੰ ਤਿਆਰ ਹੈ, ਘੁੰਮ ਕੇ ਜਾਣ ਨੂੰ ਤਿਆਰ ਹੈ, ਪਰ ਉਹਦੇ ਵਿੱਚੋਂ ਲੰਘਣ ਨੂੰ ਤਿਆਰ ਨਹੀਂ। ਪਤਾ ਹੈ ਇਹਨੇ ਮੇਰਾ ਸਵਾਰਨਾ ਕੁਛ ਨਹੀਂ, ਵਿਗਾੜ ਬਹੁਤ ਕੁਝ ਦੇਣਾ ਹੈ। ਇਹਨੇ ਸਵਾਰਨਾ ਕੁਛ ਨਹੀਂ। ਚਿੱਕੜ ਨੇ ਕਦੇ ਕਿਸੇ ਦਾ ਸਵਾਰਿਆ ਨਹੀਂ ਹੈ ਕੁਛ। ਚਿੱਕੜ ਨੇ ਸਵਾਰਨ ਦੀ ਬਜਾਏ ਵਿਗਾੜਿਆ ਹੀ ਹੈ। ਇਨਸਾਨ ਜਦੋਂ ਚਿੱਕੜ ਦੇ ਕੋਲੋਂ ਵੀ ਲੰਘਦਾ ਹੈ ਨਾ, ਫਿਰ ਵੀ ਆਪਣੇ ਪੱਲੇ ਬਚਾ ਕੇ ਲੰਘਦਾ, ਕਿਤੇ ਮੇਰੇ ਪੱਲੇ ਨੂੰ ਗੰਦਲਾ ਨਾ ਕਰਦੇ, ਉਹਦੇ ਵਿੱਚੋਂ ਲੰਘਣਾ ਤੇ ਬੜੀ ਦੂਰ ਦੀ ਗੱਲ ਹੈ। ਤੇ ਬਾਬਾ ਫਰੀਦ ਜੀ ਕਹਿੰਦੇ, ਸੱਜਣਾ ਜੇ ਤੈਨੂੰ ਕਿਤੇ ਸਬੱਬ ਮਿਲ ਜਾਏ, ਮੌਕਾ ਮਿਲ ਜਾਏ, ਤੇ ਖਿਆਲ ਕਰੀ ਉਸ ਸਰੋਵਰ ਨੂੰ ਲੱਭੀ ਜਿਹਦੇ ਤੋਂ ਉਮੀਦ ਹੋਵੇ ਕਿ ਮੈਨੂੰ ਇੱਥੋਂ ਕੀਮਤੀ ਲਾਲ ਤੇ ਕੀਮਤੀ ਮੋਤੀ ਮਿਲਣਗੇ। ਜੇ ਮੋਤੀ ਕੀਮਤੀ ਲਾਲ ਨਾ ਵੀ ਮਿਲਣ ਤੇ ਇੰਨੀ ਕੁ ਉਮੀਦ ਜ਼ਰੂਰ ਹੋਵੇ, ਇਹ ਜਲ, ਇਹ ਸਰੋਵਰ ਦਾ ਪਾਣੀ ਮੈਨੂੰ ਗੰਧਲਾ ਨਹੀਂ, ਮੇਰੀ ਮੈਲ ਨੂੰ ਉਤਾਰ ਦੇਗਾ। ਜੇ ਕੁਛ ਹੋਰ ਨਹੀਂ, ਮੇਰੀ ਪਿਆਸ ਜ਼ਰੂਰ ਬੁਝਾ ਦੇਗਾ। ਸੱਜਣਾ ਉਹ ਸਰੋਵਰ ਲੱਭੀ, ਕਿਤੇ ਉਸ ਥਾਂ ਉੱਤੇ ਹੱਥ ਮਾਰ ਕੇ ਨਾ ਬਹਿ ਜਾਈਂ ਜਿੱਥੋਂ ਤੈਨੂੰ ਮਿਲੇ ਵੀ ਕੁਛ ਨਾ ਤੇ ਤੂੰ ਆਪ ਗੰਦਗੀ ਨਾਲ ਭਰ ਜਾਏ। ਸਤਿਗੁਰੂ ਜੀ ਨੇ ਫਿਰ ਬਾਣੀ 'ਚ ਜ਼ਿਕਰ ਕੀਤਾ। ਭਗਤ ਕਬੀਰ ਸਾਹਿਬ ਕਹਿੰਦੇ, ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕਿਆ ਕੋਈ ਨੀਰ। ਇੱਕ ਸਰਵਰ ਹੈ ਬੜਾ ਵੱਡਾ ਤੇ ਉਹ ਭਰਿਆ ਪਿਆ, ਨੱਕਾ ਨੱਕ ਭਰਿਆ ਹੋਇਆ, ਪਰ ਉਹਦੇ ਚੋਂ ਨੀਰ ਕੋਈ ਪੀ ਨਹੀਂ ਸਕ ਰਿਹਾ, ਕਿਸੇ ਕੋਲੋਂ ਨੀਰ ਪੀਤਾ ਨਹੀਂ ਜਾ ਰਿਹਾ। ਤੇ ਬਾਬਾ ਕਬੀਰ ਜੀ ਕਹਿੰਦੇ, ਭਾਗ ਵੱਡਾ ਤੈਂ ਪਾਇਓ, ਤੇਰੇ ਭਾਗ ਚੰਗੇ ਨੇ ਸੱਜਣਾ, ਤੇਰੇ ਕਰਮ ਚੰਗੇ ਨੇ, ਤੂੰ ਭਰ ਭਰ ਪੀਓ। ਕਬੀਰ ਤੈਨੂੰ ਮੌਕਾ ਮਿਲਿਆ ਤੇ ਤੂੰ ਹੁਣ ਇਸ ਸਰੋਵਰ ਵਿੱਚੋਂ ਭਰ ਭਰ ਕੇ ਬੁੱਕ। ਇਸ ਸਰੋਵਰ ਨੂੰ, ਇਸ ਸਰੋਵਰ ਦੇ ਜਲ ਨੂੰ ਆਪ ਤਸੱਲੀ ਬਖਸ਼ ਬੈਠ ਕੇ ਇੱਥੇ ਪੀ, ਕਿਉਂਕਿ ਤੈਨੂੰ ਵੱਡੇ ਭਾਗਾਂ ਨਾਲ ਇਹ ਸਰੋਵਰ ਮਿਲਿਆ। ਇੱਥੋਂ ਹਰ ਇੱਕ ਨੂੰ ਨੀਰ ਨਸੀਬ ਨਹੀਂ ਹੁੰਦਾ। ਭਰਿਆ ਇਹ ਨੱਕਾ ਨੱਕ ਹੋਇਆ। ਜਿਵੇਂ ਆਪਾਂ ਬਾਣੀ ਦਾ ਇੱਕ ਸ਼ਬਦ ਪੜ੍ਹਦੇ ਆ ਨਾ, ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਹੁਣ ਅੰਮ੍ਰਿਤ ਦੀਆਂ ਧਾਰਾਵਾਂ ਤੇ ਵਰਸ ਰਹੀਆਂ ਨੇ, ਹਰ ਵਕਤ ਕਿਰਪਾ ਦੀ ਵਰਖਾ ਹੋ ਰਹੀ ਹੈ, ਪਰ ਭਿੱਜਦਾ ਕੋਈ ਹੈ। ਕਿਰਪਾ ਦੀ ਵਰਖਾ ਵਿੱਚੋਂ ਭਿੱਜਦਾ ਕੋਈ ਹੈ। ਭਿੱਜੇਗਾ ਉਹ ਜਿਨਨੇ ਆਪਣੇ ਸਿਰ ਉੱਤੋਂ ਹੰਕਾਰ ਦੀ ਛਤਰੀ ਨੂੰ ਉਤਾਰ ਦਿੱਤਾ, ਤੇ ਜਿਹੜਾ ਹੰਕਾਰ ਦਾ ਤੰਬੂ ਤਾਣ ਕੇ ਬੈਠਾ, ਆਪਣੀ ਆਪਣੱਤ ਦਾ ਤੰਬੂ ਤਾਣ ਕੇ ਬੈਠਾ, ਉਹ ਕਦੇ ਵਰਖਾ ਕਿਰਪਾ ਦੀ ਵਿੱਚ ਭਿੱਜੇਗਾ ਨਹੀਂ। ਤੇ ਇਸੇ ਤਰ੍ਹਾਂ ਜਿਹੜਾ ਪਾਲ ਸਮੂਹਾ ਸਰਵਰ ਭਲਾ ਨਾ ਭਰਿਆ ਹੋਇਆ, ਇਹ ਹੁਣ ਹਰ ਇੱਕ ਦੇ ਨਸੀਬ ਵਿੱਚ ਨਹੀਂ ਹੈ ਕਿ ਇਹਦੇ ਵਿੱਚੋਂ ਉਹ ਜਲ ਦੀਆਂ ਅੰਮ੍ਰਿਤ ਦੀਆਂ ਬੂੰਦਾਂ ਉਹਨੂੰ ਹਾਸਲ ਕਰ ਸਕਦਾ ਹੋਵੇ। ਤੇ ਬਾਬਾ ਕਬੀਰ ਜੀ ਕਹਿੰਦੇ, ਤੇਰੇ ਤੇ ਕਰਮ ਬੜੇ ਚੰਗੇ ਸੱਜਣਾ, ਭਾਗ ਵੱਡਾ ਤੈਂ ਪਾਇਓ, ਤੇਰੇ ਭਾਗ ਬੜੇ ਵੱਡੇ ਨੇ। ਤੇ ਤੂੰ ਹੁਣ ਇਹਨੂੰ ਗੁਰੇਜ਼ ਨਾ ਕਰ ਪੀਣ ਤੋਂ, ਸਗੋਂ ਜਿੰਨਾ ਵੱਧ ਪੀ ਸਕਦਾ ਓਨਾ ਪੀ, ਕਿਉਂਕਿ ਤੈਨੂੰ ਚੰਗੇ ਕਰਮਾਂ ਨਾਲ ਮਿਲਿਆ। ਤੂੰ ਆਪਣੀ ਖੁਸ਼ ਨਸੀਬੀ ਸਮਝ, ਭਾਗ ਚੰਗੇ ਸਮਝ, ਤੈਨੂੰ ਇਸ ਸਰੋਵਰ ਵਿੱਚੋਂ ਜਲ ਛਕਣ ਵਾਸਤੇ ਸੱਜਣਾ ਮਿਲ ਰਿਹਾ, ਤੇ ਤੂੰ ਭਰ ਭਰ ਕੇ ਪੀ, ਗੁਰੇਜ਼ ਨਾ ਕਰੀ। ਫਿਰ ਸਤਿਗੁਰੂ ਜੀ ਦੀ ਬਾਣੀ ਨੂੰ ਵਿਚਾਰੋ। ਮਾਲਕ ਕਹਿੰਦੇ, ਗੁਰ ਸਾਗਰ ਰਤਨੀ ਪਰ ਪੂਰੇ। ਸਰਵਰ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਸਰੋਵਰ ਨੇ, ਹੁਣ ਇਸ ਸਰੋਵਰ ਵਿੱਚੋਂ ਆ ਕੇ ਕੀ ਮਿਲਦਾ? ਮਾਲਕ ਕਹਿੰਦੇ, ਗੁਰ ਸਾਗਰ ਰਤਨੀ ਪਰ ਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਜੇ ਕੋਈ ਰੱਬ ਦਾ ਪਿਆਰਾ ਬਣ ਕੇ ਆ ਜਾਏ ਤੇ ਉਹ ਇਹਦੇ ਵਿੱਚੋਂ ਜਿਹੜੇ ਰਤਨ ਨੇ ਨਾ ਉਹ ਚੁਗਦਾ, ਇਹਦੇ ਵਿੱਚੋਂ ਉਹ ਰਤਨ ਹਾਸਲ ਕਰਦਾ। ਪਰ ਨਾਲ ਇਹ ਖਿਆਲ ਜ਼ਰੂਰ ਕਰਨਾ ਪਏਗਾ, ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਬਿਖੈ, ਹੰਸ ਮਰ ਜੀਵਾ ਨਿਹਚੈ ਪ੍ਰਸਾਦ ਪਾਵਈ। ਇਹਦੇ ਤੋਂ ਅਸੀਂ ਗੁਰੇਜ਼ ਨਹੀਂ ਕਰ ਸਕਦੇ, ਮੁਨਕਰ ਨਹੀਂ ਹੋ ਸਕਦੇ।
ਮਰਜੀਵੜਾ ਬਣ ਕੇ ਹੀ ਮੋਤੀ ਮਿਲਿਆ ਕਰਦੇ ਨੇ। ਜੇ ਕੋਈ ਉੱਤੋਂ ਉੱਤੋਂ ਤੈਰ ਕੇ ਮੋਤੀ ਲੱਭਣ ਦੀ ਕੋਸ਼ਿਸ਼ ਕਰੇ ਤੇ ਭਾਵੇਂ ਸਾਰੀ ਜ਼ਿੰਦਗੀ ਤੈਰਦਾ ਰਹੇ। ਭਾਈ ਗੁਰਦਾਸ ਜੀ ਨੇ ਆਖਿਆ, ਕਹਿੰਦੇ ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੇ, ਪਰ ਉਹਦੇ ਚੋਂ ਮੋਤੀ ਕੱਢੇ ਕਿੰਨੇ? ਜਿਹੜਾ ਮੌਤ ਤਲੀ ਤੇ ਰੱਖ ਕੇ ਮਰਜੀਵੜਾ ਬਣ ਕੇ ਵਿੱਚ ਗੋਤਾ ਲਾਉਂਦਾ ਹੈ ਨਾ, ਮੋਤੀ ਉਹੀ ਕੱਢ ਕੇ ਲਿਆਉਂਦਾ, ਦੂਜੇ ਨੂੰ ਨਹੀਂ ਮਿਲਿਆ ਕਦੇ। ਕਿਨਾਰਿਆਂ ਤੇ ਘੋਗੇ ਸਿੱਪੀਆਂ ਤੇ ਮਿਲ ਸਕਦੀਆਂ ਨੇ, ਕਿਨਾਰਿਆਂ ਤੇ ਫੋਕਟ ਪਦਾਰਥ ਤੇ ਮਿਲ ਸਕਦੇ ਨੇ, ਤੇ ਜੇ ਕਿਤੇ ਰਤਨ ਚਾਹੀਦਾ ਸੱਜਣਾ, ਉਹ ਕਦੇ ਕਿਨਾਰਿਆਂ ਤੇ ਨਹੀਂ ਮਿਲੇ। ਰਤਨ ਹਾਸਲ ਕਰਨ ਲਈ ਡੂੰਘਾਈ ਤੱਕ ਜਾਣਾ ਪੈਂਦਾ, ਗੋਤਾ ਲਾਉਣਾ ਪੈਂਦਾ, ਗੋਤਾਖੋਰ ਬਣਨਾ ਪੈਂਦਾ, ਫਿਰ ਕਿਤੇ ਜਾ ਕੇ ਉਹ ਤੋਂ ਰਤਨ ਪ੍ਰਾਪਤ ਹੁੰਦੇ, ਰਤਨ ਮਿਲਦੇ ਨੇ। ਤੇ ਉਹਦੇ ਲਈ ਆਪਣੇ ਆਪ ਨੂੰ ਮਰਜੀਵੜਾ ਬਣਾਉਣਾ ਹੀ ਪਏਗਾ, ਉਹ ਤੋਂ ਬਿਨਾਂ ਨਹੀਂ। ਗੁਰੂ ਇੱਕ ਇਤਨਾ ਵੱਡਾ ਸਰੋਵਰ ਹੈ, ਜਦੋਂ ਅਸੀਂ ਇਸ ਸਰੋਵਰ ਦੇ ਕਿਨਾਰੇ ਤੇ ਆਉਨੇ ਆ, ਗੁਰੂ ਦਾ ਸੰਗ ਕਰਦੇ ਆ, ਤੇ ਸਤਿਗੁਰੂ ਪਾਤਸ਼ਾਹ ਨੇ ਬਾਣੀ ਦੇ ਅੰਦਰ ਜ਼ਿਕਰ ਕਰਦੇ ਆ, ਆਖਿਆ ਵੀ ਗੁਰੂ ਐਸੀ ਕਿਰਪਾ ਦਾ ਪਾਤਰ, ਐਸੇ ਉਹ ਕਿਰਪਾ ਦਾ ਖਜ਼ਾਨਾ ਹੈ ਕਿ ਜਿਹੜਾ ਜੀਵ ਉਹਦੇ ਦਰ ਤੇ ਆਉਂਦਾ ਉਹ ਕਿਰਪਾ ਕਰਦਾ, ਆਪਣੇ ਸ਼ਬਦ ਦੇ ਰਾਹੀਂ, ਆਪਣੀ ਬਖਸ਼ਿਸ਼ ਦੇ ਰਾਹੀਂ ਕਾਵਾਂ ਨੂੰ ਵੀ ਹੰਸ ਬਣਾ ਦਿੰਦਾ। ਤੇ ਜਦੋਂ ਹੰਸ ਬਣ ਜਾਂਦਾ ਹੈ ਨਾ, ਫਿਰ ਇਹਨੂੰ ਮੋਤੀ ਚੁਗਣ ਦੀ ਆਦਤ ਪੈ ਜਾਂਦੀ ਹੈ। ਹੁਣ ਹੰਸ ਦਾ ਇੱਕ ਅੰਗ ਹੈ ਮੋਤੀ ਚੁਗਣਾ, ਤੇ ਜਦੋਂ ਹੰਸ ਦੇ ਜੀਵਨ ਨੂੰ ਆਪਾਂ ਵੇਖਦੇ ਹਾਂ, ਸਤਿਗੁਰੂ ਨੇ ਬਾਣੀ ਵਿੱਚ ਫੈਸਲਾ ਦਿੱਤਾ, ਕਹਿੰਦੇ ਜਦੋਂ ਅਸੀਂ ਸੰਸਾਰ ਤੇ ਝਾਤ ਮਾਰੀ, ਸੰਸਾਰ ਤੇ ਵੇਖਿਆ, ਤੇ ਹੰਸ ਦਾ ਖਾਣਾ ਇਹੀ ਸੀ ਕਿ ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾਂ ਭਾਲਣ ਜਾਵੇ। ਜਦੋਂ ਬਗਲਾ ਗਿਆ ਤੇ ਉਹਨੇ ਡੱਡੂ ਤੇ ਮੱਛੀਆਂ ਭਾਲੀਆਂ, ਪਰ ਜਦੋਂ ਹੰਸ ਚੱਲ ਕੇ ਗਿਆ ਉਹਨੇ ਰਤਨ ਲੱਭੇ, ਉਹਨੇ ਕੋਸ਼ਿਸ਼ ਕੀਤੀ ਮੈਨੂੰ ਮੋਤੀ ਕੀਮਤੀ ਲਾਲ ਮਿਲਣ। ਹੰਸ ਉੱਥੇ ਫਿਰ ਮਰਜੀਵੜਾ ਬਣ ਕੇ ਕਿਨਾਰੇ ਤੇ ਜਾਂਦਾ ਸਮੁੰਦਰ ਦੇ, ਜਦੋਂ ਗੁਰੂ ਰੂਪ ਸਰੋਵਰ ਦੇ ਕਿਨਾਰੇ ਤੇ ਆ ਕੇ ਬਹਿੰਦਾ ਨਾ, ਫਿਰ ਮੋਤੀ ਚੁਗਣ ਦੀ ਆਦਤ ਵਾਲਾ ਹੰਸ ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਫਿਰ ਗੁਰੂ ਦੀ ਇੱਕ ਇੱਕ ਸਿੱਖਿਆ ਨੂੰ ਪੱਲੇ ਨਾਲ ਬੰਨਦਾ, ਕਿਉਂਕਿ ਪਤਾ ਮੇਰਾ ਭੋਜਨ ਹੀ ਇਹ ਹੈ, ਇੱਥੋਂ ਹੀ ਮਾਣਿਕ ਮਿਲਣੇ, ਇੱਥੋਂ ਹੀ ਮੋਤੀ ਮਿਲਣੇ, ਇੱਥੋਂ ਹੀ ਹੀਰੇ ਤੇ ਮੁਕਤਾਹਲ ਮਿਲਣਗੇ, ਇਦੋਂ ਬਿਨਾ ਮੇਰਾ ਜੀਵਨ ਕੋਈ ਨਹੀਂ। ਫਿਰ ਗੁਰੂ ਦੀ ਇੱਕ ਇੱਕ ਸਿੱਖਿਆ ਨੂੰ ਪੱਲੇ ਨਾਲ ਬੰਨਦਾ, ਕਿਉਂਕਿ ਗੁਰੂ ਬੜਾ ਵੱਡਾ ਸਰੋਵਰ, ਤੇ ਸਿੱਖ ਜਦੋਂ ਆ ਕੇ ਹੰਸ ਬਣ ਕੇ ਇਸ ਮਾਨ ਸਰੋਵਰ ਦੇ ਕਿਨਾਰੇ ਤੇ ਬਹਿ ਜਾਂਦਾ ਹੈ ਨਾ, ਉਦੋਂ ਫਿਰ ਇਹਦੇ ਵਿੱਚ ਗੋਤੇ ਲਾ ਲਾ ਕੇ ਉਹ ਇਹਦੇ ਚੋਂ ਕੀਮਤੀ ਰਤਨ ਕੱਢਦਾ। ਪਰ ਬਾਤ ਇਹ ਹੈ, ਸਰੋਵਰ ਵਿੱਚ ਕੋਈ ਦੋਸ਼ ਨਹੀਂ ਹੈ। ਮਤਾ ਮਨਾਂ ਵਿੱਚ ਭਰਮ ਹੋਵੇ ਵੀ ਸ਼ਾਇਦ ਸਰੋਵਰ ਵਿੱਚ ਹੀ ਮੋਤੀ ਨਹੀਂ, ਸਰੋਵਰ ਤੇ ਮੋਤੀ ਮੁਕਤਾਹਲ ਨਾਲ ਭਰਿਆ ਪਿਆ। ਸਤਿਗੁਰੂ ਜੀ ਨੇ ਬਾਣੀ 'ਚ ਆਖਿਆ, ਕਹਿੰਦੇ ਸਤਿਗੁਰ ਸਰਵਰ ਹਮ ਹੰਸ ਪਿਆਰੇ। ਗੁਰੂ ਸਰਵਰ ਹੈ ਤੇ ਅਸੀਂ ਹੰਸ ਹਾਂ। ਹੁਣ ਜਿਹੜਾ ਤੇ ਸੱਚਮੁੱਚ ਹੰਸ ਹੋਇਆ, ਉਹ ਤੇ ਸਰੋਵਰ ਵਿੱਚ ਜਾ ਕੇ ਕੀ ਕੱਢੇਗਾ? ਵਿੱਚੋਂ ਰਤਨ ਲਾਲ ਬਹੁਤ ਸਾਰੇ, ਜਿਹੜੇ ਇਸ ਸਰੋਵਰ ਵਿੱਚ ਰਤਨ ਨੇ, ਲਾਲ ਨੇ, ਸੰਭਾਲੇ ਹੋਏ ਸਾਰੇ, ਮਤਲਬ ਸੰਭਾਲੇ ਹੋਏ, ਜਿਹੜੇ ਸੰਭਾਲੇ ਹੋਏ ਰਤਨ ਤੇ ਲਾਲ ਨੇ, ਉਹ ਤੇ ਵਿੱਚੋਂ ਕੱਢ ਲੇਗਾ ਜਿਹੜਾ ਹੰਸ ਹੋਇਆ। ਨਹੀਂ ਤੇ ਕੀ ਹੋਏਗਾ? ਹੰਸਾਂ ਦੇਖ ਤਰੰਦਿਆਂ ਬੱਗਾ ਪੇ ਆਇਆ ਚਾਓ, ਡੁੱਬ ਮੂਏ ਬੱਗ ਬਪੁੜੇ ਸਿਰ ਤਲ ਉੱਪਰ ਪਾਉ। ਫਿਰ ਆਹ ਹਾਲਾਤ ਹੈ। ਜੇ ਤੇ ਹੰਸ ਹੋਇਆ ਫਿਰ ਤੇ ਉਹਦੇ ਵਿੱਚੋਂ ਰਤਨ ਕੱਢ ਲਏਗਾ, ਤੇ ਜੇ ਹੰਸ ਨਾ ਹੋਇਆ ਫਿਰ ਮੌਤ ਤੇ ਪੱਕੀ ਹੈ ਨਾ, ਉੱਥੇ ਜਾ ਕੇ ਸਿਰ ਤਲ ਉੱਪਰ ਪਾਉ। ਸਤਿਗੁਰੂ ਨੂੰ ਇਸੇ ਕਰਕੇ ਕਹਿਣਾ ਪਿਆ, ਕਹਿੰਦੇ ਮੈਂ ਜਾਣਿਆ ਵਡ ਹੰਸ ਹੈ ਤਾਂ ਮੈਂ ਕੀਆ ਸੰਗ, ਜੇ ਜਾਣਾ ਬੱਗ ਬਪੁੜਾ ਜਨਮ ਨਾ ਦੇਂਦੀ ਅੰਗ। ਮੈਂ ਤੇ ਨਜ਼ਦੀਕ ਵੀ ਨਾ ਆਉਂਦਾ ਇਹਦੇ, ਜੇ ਜਾਣ ਲੈਂਦੇ, ਸਮਝ ਲੈਂਦੇ ਕਿ ਕੇਵਲ ਪਹਿਰਾਵਾ ਹੀ ਹੰਸਾਂ ਵਾਲਾ ਲੈ ਕੇ ਬੈਠਾ ਹੈ, ਪਰ ਕਰਮ ਇਹਦੇ ਬਗਲਿਆਂ ਵਾਲੇ ਹੀ ਨੇ। ਖੈਰ, ਸਤਿਗੁਰੂ ਜੀ ਕਹਿੰਦੇ ਨਿਰਮਲ ਨਾਮ ਸੁਧਾ ਭਰਪੂਰਨ ਭਰਿਆ ਹੋਇਆ ਸਰੋਵਰ, ਜਿਹੜਾ ਸ਼ਬਦ ਤਰੰਗ, ਸ਼ਬਦ ਦੀਆਂ ਲਹਿਰਾਂ ਉੱਠ ਰਹੀਆਂ, ਪ੍ਰਗਟਤ ਹੁਣ ਪ੍ਰਗਟ ਹੋ ਰਹੀਆਂ ਨੇ। ਕਦੋਂ?
दिन आगर ਅੰਮ੍ਰਿਤ ਵੇਲੇ ਤੋਂ ਹੀ ਸ਼ੁਰੂਆਤ ਹੋ ਜਾਂਦੀ ਹੈ। ਗੁਰੂ ਰਾਮਦਾਸ ਪਾਤਸ਼ਾਹ ਦੀ ਜਦੋਂ ਆਪਾਂ ਬਾਤ ਕਰੀਏ, ਕਿੱਡਾ ਵੱਡਾ ਸਰੋਵਰ ਹੈ। ਸਰੋਵਰ ਦੇ ਅੰਦਰ ਸਰੋਵਰ ਗੁਰੂ ਅਰਜਨ ਸਾਹਿਬ ਨੇ ਸਥਾਪਿਤ ਕੀਤਾ। ਇੱਕ ਸਰੋਵਰ ਜਿਹੜਾ ਅੰਮ੍ਰਿਤਸਰ ਸਰੋਵਰ, ਫਿਰ ਉਹਦੇ ਅੰਦਰ ਇੱਕ ਸਰੋਵਰ ਹੋਰ ਹੈ, ਤਨ ਦਾ ਇਸ਼ਨਾਨ ਕਰਕੇ ਮਨ ਦਾ ਇਸ਼ਨਾਨ ਕਰਾਉਣ ਵਾਸਤੇ ਜਾਣਾ। ਮਨ ਦਾ ਇਸ਼ਨਾਨ ਕਰਾਉਣ ਗਏ, ਸ਼ਬਦ ਦੀਆਂ ਤਰੰਗਾਂ ਉੱਠਣਗੀਆਂ। ਉਹ ਸ਼ਬਦ ਦੀਆਂ ਤਰੰਗਾਂ ਨੇ ਅੰਦਰ ਭਿੱਜ ਦੇਣਾ। ਜਦੋਂ ਅੰਦਰ ਭਿੱਜ ਜਾਏਗਾ ਨਾ ਸ਼ਬਦ ਦੀਆਂ ਤਰੰਗਾਂ ਨਾਲ, ਸੱਜਣਾ, ਜੇ ਤੇ ਸ਼ਬਦ ਤੇਰੇ ਅੰਦਰ ਘਰ ਕਰ ਗਿਆ, ਤੇਰੇ ਮਨ ਦੀ ਸਾਰੀ ਮੈਲ ਲਾ ਦੇਗਾ। ਪਰ ਚੇਤਾ ਰੱਖੀ, ਜੇ ਕਿਤੇ ਮਨ ਉੱਤੇ ਹੰਕਾਰ ਦਾ ਤੂੰ ਕੱਪੜਾ ਵਸਤਰ ਲੈ ਕੇ ਚਲਾ ਗਿਆ, ਹੋ ਸਕਦਾ ਉਹਨਾਂ ਤਰੰਗਾਂ ਤੋਂ ਭਿੱਜਣ ਤੋਂ ਸਖਣਾ ਰਹਿ ਜਾਏ। ਉਹਨਾਂ ਤਰੰਗਾਂ ਵਿੱਚ ਭਿੱਜ ਕੇ ਵੀ ਤੈਨੂੰ ਹੋ ਸਕਦਾ ਪ੍ਰਾਪਤੀ ਕੁਛ ਨਾ ਹੋਵੇ, ਜੇ ਮਨ ਤੂੰ ਪੱਥਰ ਵਰਗਾ ਕਰਕੇ ਗਿਆ ਤੇ। ਪੱਥਰ ਕਿੰਨਾ ਕੁ ਚਿਰ ਭਿੱਜਿਆ ਰਹਿ ਸਕਦਾ? ਜਿੰਨਾ ਚਿਰ ਉਹ ਬੈਠਾ ਪਾਣੀ ਵਿੱਚ। ਉਹਨੂੰ ਪਾਣੀ ਚੋਂ ਕੱਢਿਆ, ਉਸੇ ਵੇਲੇ ਸੁੱਕ ਜਾਣਾ। ਉਸੇ ਤਰ੍ਹਾਂ ਦੀ ਬਿਰਤੀ ਫਿਰ ਲੈ ਕੇ ਬੈਠੇਗਾ ਉਹ। ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦੀ ਵੀ ਜੇ ਗੱਲ ਕਰਾਂਗੇ ਨਾ, ਤੇ ਐਸਾ ਘਰ ਹੈ ਗੁਰੂ ਰਾਮਦਾਸ ਪਾਤਸ਼ਾਹ ਦਾ, ਅੰਮ੍ਰਿਤ ਵੇਲੇ ਤੋਂ ਹੀ ਸ਼ਬਦ ਦੀਆਂ ਤਰੰਗਾਂ ਉੱਠਣ ਲੱਗ ਜਾਂਦੀਆਂ। ਐਸੀਆਂ ਲਹਿਰਾਂ ਉੱਠਦੀਆਂ ਨੇ, ਜੇ ਕੋਈ ਕਹਿ ਲਈਏ ਜਗਿਆਸਾ ਰੱਖ ਕੇ ਗੁਰੂ ਦੇ ਦਰ ਤੇ ਆ ਜਾਂਦਾ ਹੈ, ਤੇ ਉਹ ਇੱਕ ਵੀ ਪਲ ਐਸਾ ਨਹੀਂ ਜਿਸ ਪਲ ਤਰੰਗਾਂ ਨਾ ਉੱਠਦੀਆਂ ਹੋਣ ਤੇ ਜਗਿਆਸੂ ਦਾ ਹਿਰਦਾ ਨਾ ਭਿੱਜੇ। ਜਗਿਆਸੂ ਬਣ ਕੇ, ਜਗਿਆਸਾ ਰੱਖ ਕੇ ਕਿਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਅਸੀਂ ਪਹੁੰਚ ਜਾਈਏ ਨਾ, ਤੇ ਸਤਿਗੁਰੂ ਰਾਮਦਾਸ ਸਾਹਿਬ ਦੇ ਸ਼ਬਦ ਦੀਆਂ ਤਰੰਗਾਂ ਸਾਡੇ ਵੀ ਹਿਰਦੇ ਨੂੰ ਭਿੰਨਿਆਂ ਕਰ ਦੇਣਗੀਆਂ। ਸਾਡਾ ਹਿਰਦਾ ਵੀ ਭਿੱਜ ਜਾਏਗਾ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਖਾਰ ਬਿਨ ਤੋਂ ਉਚਾਰਨ ਕੀਤੇ ਹੋਏ ਬੋਲ, ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਜਦੋਂ ਅੰਮ੍ਰਿਤ ਵਰਗੇ ਬੋਲ, ਸ਼ਬਦ ਦੀਆਂ ਤਰੰਗਾਂ ਉੱਠਣਗੀਆਂ, ਮਾਲਕ ਕਹਿੰਦੇ ਸੱਜਣਾ ਉਦੋਂ ਤੇਰਾ ਹਿਰਦਾ ਵੀ ਭਿੱਜ ਜਾਏਗਾ, ਮੈਲ ਤੋਂ ਰਹਿਤ ਹੋ ਜਾਏਗਾ। ਜਿੱਥੇ ਜਲ ਨਿਰਮਲ ਹੈ ਉੱਥੇ ਤੇਰਾ ਮਨ ਵੀ ਸਾਫ਼ ਤੇ ਸੁਥਰਾ ਹੋ ਜਾਏਗਾ, ਜੇ ਕਿਤੇ ਗੁਰੂ ਕੇ ਸ਼ਬਦ ਦੀਆਂ ਤਰੰਗਾਂ ਵਿੱਚ ਤੈਨੂੰ ਇਸ਼ਨਾਨ ਕਰਨ ਦੀ ਜਾਚ ਆ ਜਾਏ। ਖੈਰ, ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਫਿਰ ਕਹਿੰਦੇ ਗਹਿਰ ਗੰਭੀਰ ਅਥਾਹ ਅਤ ਬੜ ਸੁਭਰ ਸਦਾ ਸਭ ਬਿਦ ਰਤਨਾਗਰ। ਹੁਣ ਇਹ ਨਹੀਂ ਕਿ ਅਸੀਂ ਇਹ ਕਹਿ ਦਈਏ ਵੀ ਇਹਦੇ ਵਿੱਚੋਂ ਰਤਨ ਸਮਾਂ ਪਾ ਕੇ ਮੁੱਕ ਜਾਣਗੇ। ਸਤਿਗੁਰੂ ਕਹਿੰਦੇ ਨਹੀਂ, ਇੱਕ ਤੇ ਹੈ ਬਹੁਤ ਗਹਿਰ ਤੇ ਗੰਭੀਰ ਹੈ, ਅਥਾ ਇਹਦਾ ਕੋਈ ਪਾਰਾਵਾਰ ਨਹੀਂ। ਅਤ ਵੱਡ, ਵੱਡਾ ਵੀ ਬਹੁਤ ਹੈ, ਸੁਭਰ ਹਰ ਵਕਤ ਨਕਾ ਨਕ ਭਰਿਆ ਰਹਿੰਦਾ, ਸਭ ਵਿਦ ਰਤਨਾਗਰ, ਤੇ ਇਹਦੇ ਵਿੱਚ ਹਰ ਵਿਧੀਆਂ ਦੇ ਨਾਲ ਰਤਨ ਪਏ, ਕਿਤੇ ਤੈਨੂੰ ਵਿਧੀ ਨਾਲ ਕੱਢਣ ਦੀ ਜਾਚ ਆ ਜਾਏ। ਸਤਿਗੁਰੂ ਜੀ ਦੀ ਬਾਣੀ ਪੜੋ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਜਿਹੜਾ ਬਾਣੀ ਤੇ ਨਾਲ ਜੁੜ ਜਾਏਗਾ ਉਹਨਾਂ ਦੇ ਹੱਥ ਇਹ ਰਤਨ ਲੱਗ ਜਾਂਦਾ ਹੈ, ਤੇ ਜਿਹੜਾ ਸਖਣਾ ਰਹਿ ਜਾਏ, ਉਹ ਬਾਣੀ ਨਾਲ ਜਿਹੜਾ ਲੱਗੇ ਹੀ ਕੋਈ ਨਾ, ਉਹ ਫਿਰ ਇਹਨਾਂ ਰਤਨਾਂ ਤੋਂ ਸਖਣਾ ਰਹਿ ਜਾਇਆ ਕਰਦਾ। ਉਹ ਕਦੇ ਝੋਲੀ ਵਿੱਚ ਰਤਨ ਨਹੀਂ ਜੇ ਲੈ ਕੇ ਜਾਂਦਾ। ਇੱਕ ਨਾ ਨਿੱਕੀ ਜਿਹੀ ਮੈਂ ਇੱਥੇ ਗਾਥਾ ਰੱਖਦਾ ਚੱਲਾਂ। ਸਾਡੀ ਹਾਲਾਤ ਨਾ ਸ਼ਾਇਦ ਸੱਚਮੁੱਚ ਉਹਨਾਂ ਮਨੁੱਖਾਂ ਵਰਗੀ ਬਣ ਚੁੱਕੀ ਜਿਨ੍ਹਾਂ ਦੇ ਕੋਲ ਖਜ਼ਾਨੇ ਦਾ ਨਕਸ਼ਾ ਤੇ ਹੈ, ਪਰ ਅਸੀਂ ਉਸ ਨਕਸ਼ੇ ਨੂੰ ਪੜ੍ਹਨ ਦੀ ਬਜਾਏ, ਉਸ ਨਕਸ਼ੇ ਉੱਤੇ ਤੁਰਨ ਦੀ ਬਜਾਏ, ਖਿਮਾ ਕਰਿਓ ਮੈਂ ਇਹ ਲਫ਼ਜ਼ ਵਰਤ ਰਿਹਾ, ਅਸੀਂ ਸਿਰਫ ਨਕਸ਼ੇ ਨੂੰ ਮੱਥਾ ਟੇਕਣ ਤੱਕ ਸੀਮਤ ਆ, ਨਮਸਕਾਰ ਕਰਨ ਤੱਕ ਸੀਮਤ ਰਹਿ ਗਏ। ਬਾਬੇ ਨਾਨਕ ਨੇ ਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਰੂਪ ਵਿੱਚ ਸਾਨੂੰ ਰੱਬ ਦੇ ਘਰ ਨੂੰ ਜਾਂਦਾ ਰਾਹ ਦਿੱਤਾ। ਸੱਜਣਾ, ਜੇ ਕਿਤੇ ਤੈਨੂੰ ਚੱਲਣ ਦੀ ਜਾਚ ਆ ਜਾਏ ਤੇ ਰੱਬ ਦੇ ਘਰ ਤੱਕ ਪਹੁੰਚ ਜਾਏਗਾ। ਪਰ ਅਫਸੋਸ ਹੈ ਕਿ ਅਸੀਂ ਸਤਿਕਾਰ ਬਹੁਤ ਕੀਤਾ, ਸਾਡਾ ਫਰਜ਼ ਹੈ ਤੇ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਅਸੀਂ ਸਤਿਕਾਰ ਕਰੀਏ, ਸਨਮਾਨ ਕਰੀਏ, ਨਮਸਕਾਰ ਕਰੀਏ। ਇਹਦੇ 'ਚ ਕੋਈ ਅਤ ਕਥਨੀ ਨਹੀਂ।
पर नमस्कारां करनियां, सन्मान करना, सत्कार करना, जिथे आ चीज़ां नूं असीं सन्मान ते सत्कार कहने आ ना, उत्थे गुरु ग्रंथ साहब पातशाह जी दी बाणी नूं पढ़ लेना भी एक बड़ा वड्डा सत्कार है। ते असीं शायद इसे सत्कार तो मुनकर होके बैठे हैं। जिवें एक निक्का जिहा मैं पक्ष रख के फिर गाथा वाले पासे आवांगा। बड़ियां असीं किताबां लिया के घर च रखियां, ਉਹ ਜਿਹਦੇ ਨਾਲ ਸਾਨੂੰ ਉੱਚਾ ਅਹੁਦਾ, ਮੰਨ ਲਓ ਇੱਕ ਬੱਚਾ ਲਾ ਕਰ ਰਿਹਾ, ਹੁਣ ਸੁਭਾਵਿਕ ਜਿਹੀ ਗੱਲ ਹੈ ਜਦੋਂ ਲਾ ਕਰਦਾ ਹੋਏਗਾ ਤੇ ਉਹਨੂੰ ਸਾਰੀਆਂ ਧਾਰਾਵਾਂ ਵਾਲੀਆਂ ਕਿਤਾਬਾਂ, ਬੁੱਕਸ ਜਿਹੜੀਆਂ ਉਹਨੂੰ ਪੜ੍ਹਨੀਆਂ ਪੈਣਗੀਆਂ। ਕਿਹੜਾ ਕਾਨੂੰਨ ਕੀ ਕਹਿ ਰਿਹਾ, ਕਿਹੜੀ ਧਾਰਾ ਕੀ ਕਹਿ ਰਹੀ ਹੈ, ਉਹ ਸਾਰਾ ਕੁਝ ਉਹਨੂੰ ਕਿਤਾਬਾਂ ਵਿੱਚੋਂ ਮਿਲਣਾ। ਕਿਹੜਾ ਐਕਟ ਕਦੋਂ ਲਾਗੂ ਹੋਇਆ, ਕਿਹੜਾ ਕਾਨੂੰਨ ਕਿਸ ਸੰਨ ਵਿੱਚ ਬਣਿਆ, ਸਾਰਾ ਕੁਝ ਪੜ੍ਹਨਾ ਪਏਗਾ। ਹੁਣ ਉਹ ਲਿਆ ਕੇ ਘਰ ਦੇ ਵਿੱਚ ਉਹ ਲਾ ਦੀ ਜਿਹੜੀਆਂ ਬੁੱਕਸ ਨੇ ਉਹ ਇੱਕ ਥਾਂ ਤੇ ਰੱਖ ਕੇ ਤੇ ਉੱਤੋਂ ਢੱਕ ਕੇ ਤੇ ਰੋਜ਼ ਉਹਨਾਂ ਨੂੰ ਧੂਫ ਬੱਤੀ ਵੀ ਦਵੇ, ਉਹਦੇ ਅੱਗੇ ਨਮਸਕਾਰਾਂ ਵੀ ਕਰੇ, ਤੇ ਕੱਲ ਨੂੰ ਉੱਠ ਕੇ ਕਵੇ ਸਾਲ 2 ਸਾਲਾਂ ਬਾਅਦ ਵੀ ਮੈਂ ਵਕੀਲ ਬਣ ਗਿਆ, ਤੇ ਕੀ ਦਾਅਵਾ ਕਰ ਸਕਦੇ ਹਾਂ? ਕਦੇ ਵੀ ਨਹੀਂ। ਤੇ ਉਹਨਾਂ ਨੂੰ ਕਦੇ ਸ਼ਾਇਦ ਕਿਤਾਬਾਂ ਨੂੰ ਵੇਖਿਆ ਵੀ ਨਾ ਹੋਵੇ ਵੀ ਇਹਨਾਂ ਵਿੱਚ ਲਿਖਿਆ ਕੀ ਹੈ, ਸ਼ੁਰੂਆਤ ਕਿੱਥੋਂ ਹੁੰਦੀ, ਹੋਰ ਕੁਝ ਨਹੀਂ। ਮੈਂ ਕੱਲਾ ਇੰਡੈਕਸ ਪੜ੍ਹਦਾ, ਮੈਂ ਕੱਲਾ ਸਿਰਫ ਉਹਦਾ ਉਹ ਜਿਹੜਾ ਇੰਡੈਕਸ ਬਣਾਇਆ ਹੋਇਆ ਹੈ ਮੈਂ ਉਹਨੂੰ ਹੀ ਪੜ੍ਹਦਾ, ਹੋਰ ਕੁਝ ਨਹੀਂ। ਮੁੱਖ ਬੰਦ ਪੜ੍ਹਦਾ, ਮੈਂ ਭੂਮਿਕਾ ਹੀ ਪੜ੍ਹਦਾ ਵੀ ਇਹਦੇ ਵਿੱਚ ਲਿਖਿਆ ਕੀ ਹੈ। ਨਹੀਂ, ਸਤਿਕਾਰ ਬਹੁਤ ਕੀਤਾ, ਪਰ ਇੱਕ ਸਤਿਕਾਰ ਤੋਂ ਉਹਨੇ ਸਖਣਾ ਰੱਖਿਆ ਉਹਨਾਂ ਕਿਤਾਬਾਂ ਨੂੰ ਕਿ ਉਹਨੇ ਕਦੇ ਖੋਲ ਕੇ ਪੜ੍ਹੀਆਂ ਨਹੀਂ। ਇਸੇ ਤਰ੍ਹਾਂ ਨਾ ਇੱਕ ਇਨਸਾਨ ਰਤਨਾਂ ਦੀ ਖੋਜ ਵਿੱਚ ਤੁਰਿਆ, ਘਰੋਂ ਤੁਰਿਆ ਜਾਂਦਾ ਤੇ ਰਸਤੇ 'ਚ ਉਹਨੂੰ ਇੱਕ ਨਗਰ ਮਿਲਿਆ। ਬੜਾ ਗਰੀਬ ਜਿਹਾ ਨਗਰ ਸੀ, ਪਰ ਲੋਕ ਬੜੇ ਉਦਾਰ ਚਿੱਤ ਦੇ ਮਾਲਕ ਸਨ। ਉਹਨਾਂ ਉਹਦਾ ਬੜਾ ਸਤਿਕਾਰ ਸਨਮਾਨ ਕੀਤਾ ਵੀ ਸਾਡੇ ਨਗਰ 'ਚ ਬਾਹਰੋਂ ਚੱਲ ਕੇ ਆਇਆ। ਤੇ ਉਹ ਮਨੁੱਖ ਨੇ ਵੀ ਮਨ 'ਚ ਸੋਚਿਆ ਵੀ ਜੇ ਮੈਨੂੰ ਰਤਨ ਲੱਭ ਜਾਣ ਨਾ, ਮੈਂ ਇਹਨਾਂ ਦੀ ਸਹਾਇਤਾ ਜ਼ਰੂਰ ਕਰਾਂਗਾ। ਉਹ ਤੁਰ ਪਿਆ ਉਹਨਾਂ ਦੇ ਪਿੰਡ 'ਚੋਂ, ਜਾ ਕੇ ਉਹਨੇ ਖੋਜ ਕੀਤੀ ਤੇ ਉਹਨੂੰ ਰਤਨਾਂ ਦੀ ਖਾਨ ਲੱਭ ਗਈ। ਰਤਨਾਂ ਦੀ ਖਾਨ ਲੱਭੀ ਤੇ ਉਹਨੇ ਜਿੰਨੇ ਕੋ ਨੂੰ ਚਾਹੀਦੇ ਸੀ ਆਪਣੀ ਲੋੜ, ਹੁਣ ਖਾਨ ਦੇ ਵਿੱਚੋਂ ਤੇ ਸਾਰੀ ਖਾਨ ਤੇ ਚੁੱਕ ਕੇ ਲਿਆਉਣਾ ਬੜੀ ਦੂਰ ਦੀ ਗੱਲ ਹੈ। ਉਹਨੇ ਲਏ ਆਪਣੀ ਲੋੜ ਮੁਤਾਬਕ ਵੀ ਮੇਰਾ ਘਰ ਆਰਥਿਕ ਹਾਲਾਤ ਚੰਗੇ ਬਣ ਜਾਣ, ਹੋਰ ਮੈਂ ਕੀ ਲੈਣਾ, ਉਹਨੇ ਕੋ ਨੇ ਲਏ। ਆਉਂਦਾ ਆਉਂਦਾ ਨਾ ਰਤਨ ਲੈ ਕੇ ਤੇ ਉਹਨੇ ਇੱਕ ਨਕਸ਼ਾ ਬਣਾ ਲਿਆ ਵੀ ਇੱਥੋਂ ਇੱਧਰ ਨੂੰ ਰਾਹ ਜਾਂਦਾ, ਇੱਥੋਂ ਇੱਧਰ ਨੂੰ। ਨਕਸ਼ਾ ਬਣਾ ਕੇ ਉਹਨੇ ਕਈ ਉਹਦੇ ਉਲੱਥੇ ਵੀ ਕਰ ਲਏ, ਨਕਲੀ ਕਾਪੀਆਂ ਬਣਾ ਲਈਆਂ। ਉਹ ਆ ਗਿਆ ਹੁਣ ਉਸੇ ਨਗਰ ਵਿੱਚ ਜਿਸ ਨਗਰ ਵਾਲੇ ਨੇ ਉਹਦਾ ਬੜਾ ਸਤਿਕਾਰ ਕੀਤਾ, ਤੇ ਉੱਥੇ ਆ ਕੇ ਨਾ ਉਹਨੇ ਕੱਲੇ ਕੱਲੇ ਘਰ ਵਿੱਚ ਉਹ ਨਕਸ਼ਾ ਵੰਡਤਾ। ਦੱਸਿਆ ਨਹੀਂ ਵੀ ਇਹ ਹੈ ਕੀ, ਉੱਤੇ ਲਿਖਿਆ ਜ਼ਰੂਰ ਸੀ ਵੀ ਇਹ ਨਕਸ਼ਾ ਖਾਨਾ ਦਾ। ਉਹਨੇ ਆਪਣੀ ਜ਼ੁਬਾਨ ਤੋਂ ਬੋਲ ਕੇ ਨਹੀਂ ਦੱਸਿਆ ਵੀ ਕੀ ਹੈ। ਉਹ ਇੱਕ ਇੱਕ ਘਰ ਵਿੱਚ ਇੱਕ ਇੱਕ, ਬੱਚਿਆਂ ਨੇ 2-2 ਵੀ ਲੈ ਲਏ, 3-3 ਵੀ ਲੈ ਲਏ, ਵੰਡ ਕੇ ਤੇ ਚਲਾ ਗਿਆ। ਹੁਣ ਨਗਰ ਵਾਲਿਆਂ ਨੂੰ ਬਸ ਇਹ ਸੀ ਵੀ ਇੱਕ ਕਾਗਜ਼ ਦਾ ਟੁਕੜਾ ਹੀ ਹੈ, ਅਸੀਂ ਕੀ ਕਰਨਾ। ਅੱਧਿਆਂ ਨੇ ਉਸੇ ਵੇਲੇ ਚੁੱਕਿਆ, ਪਾੜ ਕੇ ਸੁੱਟਦਾ, ਕਈਆਂ ਨੇ ਕਿਸੇ ਥਾਂ ਤੇ ਰੱਖਤਾ, ਕਈਆਂ ਨੇ ਕਿਸੇ ਥਾਂ ਤੇ ਰੱਖਤਾ, ਇੱਥੋਂ ਤੱਕ ਕਈਆਂ ਨੇ ਕੂੜੇ ਵਿੱਚ ਵੀ ਹੂੰਝਤਾ ਵੀ ਅਸੀਂ ਕਾਗਜ਼ ਦਾ ਟੁਕੜਾ ਕੀ ਕਰਨਾ। ਤੇ ਇੱਕ ਬੰਦਾ ਐਸਾ ਸੀ ਜਿੰਨੇ ਉਹ ਕਾਗਜ਼ ਦੇ ਟੁਕੜੇ ਨੂੰ ਲੈ ਕੇ ਸੰਭਾਲ ਕੇ ਰੱਖ ਲਿਆ, ਉਹਨੂੰ ਢੱਕ ਕੇ ਬੜੀ ਚੰਗੇ ਤਰੀਕੇ ਨਾਲ, ਤੇ ਉਹਦੀਆਂ ਰੋਜ਼ ਉਹਨੇ ਉਹਦੇ ਅੱਗੇ ਪੂਜਾ ਕਰਨੀ ਸ਼ੁਰੂ ਕਰ ਲਈ। ਹੁਣ ਜਿਹੜਾ ਨਕਸ਼ਾ ਬਣਾ ਕੇ ਦੇਣ ਵਾਲਾ ਸੀ, ਉਹਦੇ ਮਨ 'ਚ ਖਿਆਲ ਹੈ ਵੀ ਇਹਨਾਂ ਨੇ ਉੱਥੇ ਪਹੁੰਚ ਜਾਣਾ, ਸਾਰਾ ਪਿੰਡ ਅਮੀਰ ਬਣ ਜਾਏਗਾ, ਤਾਂ ਜੋ ਬਾਹਰੋਂ ਜਿਹੜਾ ਵੀ ਆਵੇ ਇਹ ਉਹਦਾ ਸਤਿਕਾਰ ਤੇ ਸਨਮਾਨ ਕਰਨ, ਉਹਦੀ ਹਰ ਪ੍ਰਕਾਰ ਸਹਾਇਤਾ ਕਰ ਸਕਣ, ਇਹਨਾਂ ਨੂੰ ਗੁਰੇਜ਼ ਨਾ ਕਰਨਾ ਪਏ, ਇਹਨਾਂ ਦੇ ਕੋਲ ਬਹੁਤ ਸਾਰਾ ਧਨ ਦੌਲਤ ਹੋਵੇ। ਉਹਦੀ ਸੋਚ ਇਹ ਸੀ। 20 ਸਾਲ ਲੰਘ ਗਏ,
20 ਸਾਲਾਂ ਬਾਅਦ ਉਹ ਵਾਪਸ ਆ ਗਿਆ। ਵਾਪਸ ਆਇਆ, ਮਨ 'ਚ ਨਾ ਚਿੱਤਰ ਬਣਾਉਂਦਾ ਆਉਂਦਾ ਹੈ ਵੀ ਜਿਸ ਨਗਰ 'ਚ ਮੈਂ ਜਾਣਾ ਉੱਥੇ ਤੇ ਹੁਣ ਸਾਰਿਆਂ ਦੇ ਘਰ ਵੀ ਬੜੇ ਬੇਸ਼ੁਮਾਰ ਵੱਡੇ ਵੱਡੇ ਹੋ ਗਏ ਹੋਣੇ, ਕਿੱਡੀਆਂ ਕਿੱਡੀਆਂ ਕੋਠੀਆਂ ਮਹੱਲ ਖੜੇ ਕੀਤੇ ਹੋਣੇ, ਉਹਨਾਂ ਸਾਰਿਆਂ ਕੋਲ ਰਤਨ ਹੀ ਰਤਨ ਹੋਣਗੇ। ਰਤਨ ਤੇ ਉਹਨਾਂ ਲਈ ਮਾਮੂਲੀ ਜੀ ਚੀਜ਼ ਬਣ ਗਈ ਹੋਣੀ ਹੈ। ਉਹ ਇਹ ਸੋਚਦਾ ਹੁੰਦਾ, ਜਦੋਂ ਆਇਆ ਨਾ ਉੱਥੇ ਆ ਕੇ ਤੇ ਹੈਰਾਨ ਰਹਿ ਗਿਆ। ਹਾਲਾਤ ਵੇਖ ਕੇ ਨਗਰ ਦੇ, ਪਿੰਡ ਦੇ ਹਾਲਾਤ ਵੇਖੇ ਤੇ ਪੈਰਾਂ ਤਲਿਓਂ ਜ਼ਮੀਨ ਹੀ ਨਿਕਲ ਗਈ। 20 ਸਾਲ ਪਹਿਲਾਂ ਜਿੱਦਾਂ ਦੇ ਹਾਲਾਤ ਸੀ ਹੁਣ ਉਦੋਂ ਵੀ ਬਦਤਰ ਹੋ ਗਏ। ਉਹ ਬੜਾ ਹੈਰਾਨ। ਉਹਨੇ ਪਿੰਡ ਦੇ ਮੋਹਤਬਰ ਬੰਦੇ ਕੋਲ ਜਾ ਕੇ ਪੁੱਛਿਆ, ਕਹਿੰਦਾ ਜੀ 20 ਸਾਲ ਪਹਿਲੋਂ ਨਾ ਇੱਥੇ ਇੱਕ ਪਰਸਨ ਆਇਆ ਸੀ, ਮਨੁੱਖ ਆਇਆ ਸੀ, ਤੇ ਉਹ ਕੁਝ ਕੁ ਕਾਗਜ਼ ਦੇ ਟੁਕੜੇ ਵੰਡ ਕੇ ਗਿਆ ਸੀ, ਕਾਗਜ਼ ਵੰਡ ਕੇ ਗਿਆ ਸੀ। ਵੀ ਉਹ ਕਾਗਜ਼ ਕਿਹਦੇ ਕੋਲ ਹੈ ਤੇ ਕਿੱਥੇ ਨੇ ਉਹ ਕਾਗਜ਼? ਉਹਨੇ ਵੀ ਬਸ ਕਾਗਜ਼ ਦਾ ਟੁਕੜਾ ਸਮਝ ਕੇ ਕਹਿੰਦਾ ਜੀ ਉਹ ਤੇ ਉਦੋਂ ਆਇਆ ਤੇ ਸੀ ਇੱਕ ਬੰਦਾ, ਪਰ ਉਹ ਕਾਗਜ਼ ਤੇ ਅਸੀਂ ਉਦੋਂ ਅਗਲੇ ਦਿਨ ਹੀ ਕਈਆਂ ਨੇ ਸੁੱਟ ਤੇ ਕਈਆਂ ਨੇ ਅੱਗ ਲਾਤੀ। ਤੇ ਉਹ ਹਾਂ, ਇੱਕ ਪਿੰਡ ਵਿੱਚ ਸਾਡੇ ਬੰਦਾ ਹੈ ਜਿਹਨੇ ਉਹ ਕਾਗਜ਼ ਸਾਂਭ ਕੇ ਰੱਖਿਆ। ਉਹਨੂੰ ਆਸ ਜੀ ਵੱਜ ਗਈ ਵੀ ਸ਼ਾਇਦ ਉਹਨੇ ਵੇਖ ਲਿਆ ਹੋਵੇ ਵੀ ਕੀ ਹੈ, ਉਹਨੂੰ ਪਤਾ ਲੱਗ ਗਿਆ ਹੋਣਾ, ਉਹਨੇ ਤਾਂ ਹੀ ਸੰਭਾਲ ਕੇ ਰੱਖਿਆ। ਉਹਦਾ ਘਰ ਹੀ ਇਕੱਲੇ ਦਾ ਵਧੀਆ ਹੋਣਾ, ਉਹਨੇ ਇੰਨਾ ਕੁ ਉਲੀਕ ਲਿਆ। ਕਹਿੰਦਾ ਮੈਨੂੰ ਲੈ ਕੇ ਜਾ ਸਕਦੇ ਉੱਥੇ ਤੱਕ? ਉਹ ਕਹਿੰਦਾ ਚਲੋ ਜੀ ਮੈਂ ਤੁਹਾਨੂੰ ਉਹਦੇ ਘਰ ਛੱਡ ਆਉਣਾ। ਹੁਣ ਉਹਦੇ ਘਰ ਲੈ ਗਿਆ, ਹੈਰਾਨ ਵੇਖ ਕੇ ਫਿਰ ਉਹਦਾ ਘਰ ਵੀ ਉਹੋ ਜਿਹਾ ਹੀ ਟੁੱਟਾ ਜਿਹਾ, ਕੋਈ ਕੰਧ ਵੀ ਬਹੁਤੀ ਚੰਗੀ ਨਹੀਂ ਘਰ ਦੀ, ਹਾਲਾਤ ਵੀ ਕੋਈ ਬਹੁਤੇ ਚੰਗੇ ਨਹੀਂ। ਉਹਨੇ ਪੁੱਛਿਆ ਵੀ ਇਹਦੇ ਕੋਲ ਹੈ ਜੀ? ਉਹ ਦੱਸਿਆ ਉਹਨੇ ਜੀ ਇਹਦੇ ਕੋਲੋਂ ਕਾਗਜ਼ ਦਾ ਟੁਕੜਾ ਹੈ। ਉਹਨੇ ਕਿਹਾ ਜੀ ਦਿਖਾਓ ਕਿੱਥੇ ਹੈ? ਉਹ ਲੈ ਕੇ ਗਿਆ ਉਹਨੂੰ, ਕਹਿੰਦਾ ਜੀ ਆਓ ਮੈਂ ਵਿਖਾਉਣਾ। ਉਹਨੇ ਬੜਾ ਸੋਹਣਾ ਇੱਕ ਅਸਥਾਨ ਜਿਹਾ ਬਣਾਇਆ, ਉਹਦੇ ਵਿੱਚ ਉਹਨੇ ਲਪੇਟ ਕੇ ਰੱਖਿਆ, ਉਹਦੇ ਅੱਗੇ ਧੂਫ ਬੱਤੀਆਂ, ਮੱਥਾ ਰੋਜ਼ ਟੇਕਿਆ ਕਰੇ। ਉਹ ਵਿਚਾਰਾ ਵੇਖ ਕੇ ਹੈਰਾਨ। ਉਹ ਕਹਿੰਦਾ ਇਹਨੂੰ ਕਦੇ ਪੜ੍ਹਿਆ ਵੀ ਹੈ? ਇਹਦੇ ਚ ਲਿਖਿਆ ਕੀ ਹੈ? ਉਹ ਕਹਿੰਦਾ ਜੀ ਨਹੀਂ, ਇਹ ਗੁਸਤਾਖੀ ਨਹੀਂ ਕਦੇ ਕੀਤੀ ਵੀ ਆਪਾਂ ਪੜ੍ਹਿਆ ਨਹੀਂ ਕਦੇ, ਬਸ ਰੋਜ਼ ਇਹਦੀ ਪੂਜਾ ਕਰ ਦਈਦੀ ਆ, ਸਵੇਰੇ ਸ਼ਾਮ ਇਹਦੀ ਆਪਾਂ ਇਹਦੇ ਅੱਗੇ ਅਗਰਬੱਤੀ ਵੀ ਲਾ ਦਈਦੀ, ਇਹਦੇ ਅੱਗੇ ਮੱਥਾ ਵੀ ਟੇਕ ਲਈਦਾ, ਪਰ ਪੜ੍ਹਨ ਵਾਲੀ ਗੁਸਤਾਖੀ ਨਹੀਂ ਕਦੇ ਕੀਤੀ। ਤੇ ਉਹਨੇ ਪੁੱਛਿਆ ਇਹਦੇ ਵਿੱਚ ਹੈ ਕੀ? ਪਤਾ ਹੈ? ਕਹਿੰਦਾ ਜੀ ਜਦੋਂ ਪੜ੍ਹਿਆ ਹੀ ਨਹੀਂ ਪਤਾ ਕੀ। ਤੇ ਉਹਨੇ ਆਪ ਦੱਸਿਆ, ਕਹਿੰਦਾ ਇਹਨੂੰ ਵੰਡਣ ਵਾਲਾ ਮੈਂ ਸਾਂ 20 ਸਾਲ ਪਹਿਲਾਂ, ਪਰ ਮੈਂ ਇਹ ਸੋਚ ਕੇ ਵੰਡਿਆ ਸੀ ਵੀ ਇਹ ਖਾਨਾ ਦਾ ਨਕਸ਼ਾ ਹੈ, ਇਹ ਚੱਲ ਕੇ ਜਾਣਗੇ, ਇਹਨਾਂ ਦੇ ਹਾਲਾਤ ਆਰਥਿਕ ਪੱਖ ਵਾਲੇ ਬਦਲ ਜਾਣਗੇ, ਪਰ ਤੁਸੀਂ ਅੱਜ ਵੀ ਉੱਥੇ ਹੀ ਖੜੇ ਹੋ ਤੇ ਸਾਡੇ ਹਾਲਾਤ ਵੀ ਸ਼ਾਇਦ ਇਹੀ ਨੇ। ਬਾਬੇ ਨਾਨਕ ਨੇ ਰਤਨਾਂ ਦਾ ਭਰਿਆ ਖਜ਼ਾਨਾ ਤੇ ਸਾਨੂੰ ਦੇਤਾ, ਸ਼ਾਇਦ ਅਸੀਂ ਅਜੇ ਪੜ੍ਹਨ ਤੋਂ ਹੀ ਗੁਰੇਜ਼ ਕਰਕੇ ਬੈਠੇ ਹਾਂ, ਵਿਚਾਰਨ ਤੋਂ ਹੀ ਗੁਰੇਜ਼ ਕਰਕੇ ਬੈਠੇ ਹਾਂ, ਜਿਸ ਕਰਕੇ ਅਜੇ ਤੱਕ ਅਸੀਂ ਰਤਨਾਂ ਤੋਂ ਸਖਣੇ ਹੀ ਬੈਠੇ ਹਾਂ। ਤੇ ਜੇ ਗੁਰੂ ਨਾਨਕ ਸਾਹਿਬ ਆ ਕੇ ਪੁੱਛ ਲੈਣ ਨਾ ਵੀ ਸੱਜਣਾ ਤੈਨੂੰ ਖਜ਼ਾਨਾ ਦੇ ਕੇ ਗਿਆ ਸਾਂ ਮੈਂ, ਤੂੰ ਕੀ ਲਿਆ ਉਹਨਾਂ ਰਤਨਾਂ ਮੋਤੀਆਂ ਵਿੱਚੋਂ, ਕੀ ਮਿਲਿਆ? ਤੇ ਸ਼ਾਇਦ ਜਵਾਬ ਸਾਡਾ ਵੀ ਇਹੀ ਹੋਵੇ ਵੀ ਅੱਜ ਤੱਕ ਅਸੀਂ ਪੜ੍ਹਿਆ ਨਹੀਂ ਹੈ, ਸਾਨੂੰ ਪਤਾ ਹੀ ਨਹੀਂ ਲੱਗਾ ਵੀ ਇਹਦੇ ਵਿੱਚ ਹੈ ਕੀ। ਖੈਰ, ਸਾਹਿਬ ਕਹਿੰਦੇ ਇਹ ਅਥਾਹ ਬੜਾ ਵੱਡਾ ਸਮੁੰਦਰ ਹੈ, ਪਰ ਇਸ ਸਮੁੰਦਰ ਦੇ ਵਿੱਚੋਂ ਰਤਨਾਗਰ ਉਹਨੂੰ ਹੀ ਮਿਲਦਾ ਜਿਹੜਾ ਮਰਜੀ ਬੜਾ ਬਣ ਕੇ ਇਹਦੇ ਵਿੱਚ ਗੋਤਾ ਲਾਉਣ ਨੂੰ ਤਿਆਰ ਹੈ। ਜਿੰਨੇ ਗੋਤਾ ਲਾਇਆ, ਗੋਤਾਖੋਰ ਜਿਹੜਾ ਬਣਿਆ ਨਾ, ਉਹਨੇ ਤੇ ਇਹਦੇ ਵਿੱਚੋਂ ਇੰਨੇ ਕੀਮਤੀ ਮੋਤੀ ਹਾਸਲ ਕੀਤੇ। ਉਹ ਇੱਕ ਇੱਕ ਸ਼ਬਦ ਪੜ੍ਹ ਕੇ ਆਪਣੇ ਜੀਵਨ ਨੂੰ ਬਦਲ ਗਿਆ, ਇੱਕ ਇੱਕ ਗੁਰਬਾਣੀ ਦੀ ਪੰਕਤੀ ਪੜ੍ਹ ਕੇ ਆਪਣਾ ਜੀਵਨ ਬਦਲ ਗਿਆ। ਪਰ ਕਈ ਐਸੇ ਨੇ ਜਿਨ੍ਹਾਂ ਨੇ ਕੇਵਲ ਨਮਸਕਾਰਾਂ ਤੇ ਕੀਤੀਆਂ। ਹੁਣ ਨਮਸਕਾਰ ਕਰਨਾ ਗਲਤ ਨਹੀਂ, ਸਾਡਾ ਫਰਜ਼ ਹੈ, ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਤਿਕਾਰਤ ਹਸਤੀ ਨੇ, ਸਤਿਕਾਰਯੋਗ ਨੇ, ਸਨਮਾਨਯੋਗ ਨੇ। ਸਾਡਾ ਫਰਜ਼ ਵੀ ਹੈ, ਜ਼ਿੰਮੇਵਾਰੀ ਵੀ ਹੈ, ਕਿਉਂਕਿ ਗੁਰਤਾ ਗੱਦੀ ਦੇ ਸੁਭਾਏ ਮਾਨ ਨੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ। ਪਰ ਅਸੀਂ ਅਜੇ ਤੱਕ ਇਹਦੇ ਵਿੱਚੋਂ ਰਤਨ ਤੇ ਕੀਮਤੀ ਮੁਕਤਾਹਲ ਜਿਹੜੇ ਨਾ, ਉਹਨਾਂ ਨੂੰ ਨਹੀਂ ਹਾਸਲ ਕਰ ਸਕੇ। ਇਹ ਸਾਡੀ ਬਦਕਿਸਮਤੀ ਹੈ। ਮਾਲਕ ਕਹਿੰਦੇ ਗਹਿਰ ਗੰਭੀਰ ਅਥਾ ਅਤ ਵੱਡ ਸੁਭਰ ਸਦਾ,
ਸਭ ਬਿਦ ਰਤਨਾਗਰ, ਹਰ ਪ੍ਰਕਾਰ ਦੇ ਨਾਲ ਰਤਨ ਇਹਦੇ ਵਿੱਚ ਮੌਜੂਦ ਹਨ। ਸੰਤ ਮਰਾਲ ਕਰੈ ਕੰਤੂਹਲ, ਤਿਨ ਜਮ ਤਰਾਸ ਮਿਟਿਓ ਦੁਖ ਕਾਗਰ। ਕਲ ਜੁਗ ਦੁਰਤ ਦੂਰ ਕਰਬੇ ਕੋ, ਦਰਸ਼ਨ ਗੁਰੂ ਸਗਲ ਸੁਖ ਸਾਗਰ। ਫਿਰ ਕਹਿੰਦੇ ਸੰਤ ਮਰਾਲ ਕਰੈ ਕੰਤੂਹਲ। ਮਰਾਲ ਲਫ਼ਜ਼ ਵਰਤਿਆ ਗਿਆ ਹੰਸ ਲਈ। ਕਹਿੰਦੇ ਸੰਤ ਰੂਪੀ ਹੰਸ ਇਸ ਸਰੋਵਰ ਦੇ ਕਿਨਾਰੇ ਤੇ ਆ ਕੇ ਕਰੈ ਕੰਤੂਹਲ। ਕੰਤੂਹਲ ਲਫ਼ਜ਼ ਵਰਤਿਆ ਜਾਂਦਾ ਕੌਤਕਾਂ ਦੇ ਲਈ। ਜਿਹੜੇ ਰੱਬ ਦੇ ਪਿਆਰੇ ਹੰਸ ਰੂਪ ਬਣ ਕੇ ਇਸ ਸਰੋਵਰ ਦੇ ਕਿਨਾਰੇ ਤੇ ਆ ਗਏ, ਹੰਸ ਬਣ ਕੇ, ਤੇ ਹੰਸ ਨੂੰ ਕਦੇ ਸਰੋਵਰ ਵਿੱਚ, ਸਮੁੰਦਰ ਵਿੱਚ ਇਹ ਡਰ ਨਹੀਂ ਹੁੰਦਾ ਵੀ ਮੈਂ ਡੁੱਬ ਕੇ ਮਰ ਜਾਵਾਂਗਾ। ਉਹਨੂੰ ਕਦੇ ਮੌਤ ਦਾ ਡਰ ਮੁੱਕ ਗਿਆ ਉਹਦਾ। ਤੇ ਉਹਨੂੰ ਪਤਾ ਵੀ ਮੇਰਾ ਤੇ ਭੋਜਨ ਹੀ ਇਹਦੇ ਤਲ ਤੇ ਜਾ ਕੇ ਆ, ਹੇਠਾਂ ਤਲ ਤੇ ਜਾ ਕੇ, ਉੱਪਰੋਂ ਤੇ ਮਿਲਣਾ ਹੀ ਕੁਛ ਨਹੀਂ। ਜਿਹਨੂੰ ਪਤਾ ਤਲ ਤੇ ਜਾ ਕੇ ਮੇਰਾ ਭੋਜਨ ਹੈ, ਉਹ ਤੇ ਭਾਵੇਂ ਇੱਕ ਦਿਨ ਵਿੱਚ ਜਿੰਨੀ ਵਾਰੀ ਉਹਨੂੰ ਮਰਜ਼ੀ ਪੇਟ ਕਰਕੇ ਭੁੱਖ ਲੱਗੇ ਤੇ ਉਹਨੇ ਤਲ ਤੇ ਜਾ ਕੇ ਹੀ ਭੋਜਨ ਲੈਣਾ। ਉਹਨੇ ਤਲ ਤੋਂ ਜਾ ਕੇ ਮੋਤੀ ਚੁੱਕਣਾ, ਮੁਕਤਾਹਲ ਚੁੱਕਣਾ ਤੇ ਲੈ ਕੇ ਉਹਨੇ ਆ ਕੇ ਆਪਣਾ ਪੇਟ ਭਰਨਾ। ਹੁਣ ਸਤਿਗੁਰੂ ਕਹਿੰਦੇ ਜਿਹੜੇ ਰੱਬੀ ਪਿਆਰੇ ਨੇ ਨਾ, ਭੱਟ ਜੀ ਆਖਦੇ, ਕਹਿੰਦੇ ਰੱਬੀ ਪਿਆਰੇ ਸੰਤ ਰੂਪ ਜਿਹੜੇ ਉਹਨੇ ਹੰਸ ਬਿਰਤੀ ਦੇ ਮਾਲਕ, ਤੇ ਇਸ ਸਰੋਵਰ ਦੇ ਕਿਨਾਰੇ ਤੇ ਆ ਕੇ ਉਹ ਵਿਚਰਦੇ ਨੇ। ਉਹ ਕੰਤੂਹਲ ਕਰਦੇ, ਕੌਤਕ ਕਰਦੇ ਆਪਣੇ, ਤੇ ਐਸੇ ਕੌਤਕ ਕਰਦੇ, ਕਹਿੰਦੇ ਉਹਨਾਂ ਦੇ ਮਨਾਂ ਵਿੱਚੋਂ, ਉਹਨਾਂ ਦੇ ਹਿਰਦਿਆਂ ਵਿੱਚੋਂ ਤਿੰਨ ਜਮ ਤਰਾਸ ਮਿਟਿਓ। ਜਮਾਂ ਦਾ ਡਰ ਵੀ ਮਿਟ ਗਿਆ, ਮੌਤ ਦਾ ਡਰ ਮੁੱਕ ਗਿਆ, ਕਿਉਂਕਿ ਉਹ ਹੰਸ ਬਿਰਤੀ ਦੇ ਮਾਲਕ ਬਣ ਗਏ। ਜਿਹੜਾ ਹੰਸ ਬਿਰਤੀ ਦਾ ਮਾਲਕ ਬਣਿਆ ਉਹਨੂੰ ਸਰੋਵਰ ਵਿੱਚ ਡੁੱਬਣ ਦਾ ਕਦੇ ਡਰ ਨਹੀਂ ਜੇ ਹੁੰਦਾ। ਮਾਲਕ ਜੀ ਕਹਿੰਦੇ ਤਿੰਨ ਜਮ ਤਰਾਸ ਮਿਟਿਓ, ਦੁੱਖ ਕਾਗਰ, ਔਰ ਦੁੱਖਾਂ ਦਾ ਜਿਹੜਾ ਲੇਖਾ ਸੀ ਉਹਨਾਂ ਦਾ ਉਹ ਵੀ ਖਤਮ ਹੋ ਗਿਆ, ਦੁੱਖ ਵੀ ਮੁੱਕ ਗਏ ਤੇ ਉਹਨਾਂ ਨੂੰ ਮੌਤ ਦਾ ਡਰ ਵੀ ਮੁੱਕ ਗਿਆ। ਹੁਣ ਇੱਥੇ ਥੋੜਾ ਜਿਹਾ ਖਿਆਲ ਕਰਿਓ, ਹੰਸ ਦੀ ਤੇ ਜ਼ਰੂਰਤ ਹੈ ਮੋਤੀ ਮੁਕਤਾਹਲ, ਪਰ ਮਨੁੱਖ ਵੀ ਕੁਝ ਗੋਤਾਖੋਰ ਨੇ, ਡਾਈਵਰਸ ਨੇ, ਜਿਹੜੇ ਉਹਦੇ ਵਿੱਚ ਛਾਲ ਮਾਰਦੇ, ਤਲ ਤੇ ਜਾਂਦੇ, ਵਿੱਚੋਂ ਮੋਤੀ ਚੁੱਕ ਕੇ ਤੇ ਬਾਹਰ ਲਿਆ ਕੇ ਉਹਨਾਂ ਦਾ ਫਿਰ ਵਪਾਰ ਕਰਦੇ। ਜਾਂ ਜਿਹੜਾ ਵਪਾਰੀ ਹੈ ਉਹਨੇ ਆਪਣੇ ਅਧੀਨ ਕੁਝ ਗੋਤਾਖੋਰ ਰੱਖੇ ਹੋਏ, ਜਿਨ੍ਹਾਂ ਨੂੰ ਉਹ ਗੋਤਾ ਲਾਉਣ ਵਾਸਤੇ ਹੇਠਾਂ ਭੇਜਦਾ। ਉਹ ਗੋਤਾਖੋਰ ਗੋਤਾ ਲਾਉਣ ਦੇ ਪੈਸੇ ਲੈਂਦੇ ਨੇ, ਉਹ ਮੋਤੀ ਮੁਕਤਾਹਲ ਕੱਢ ਕੇ ਲਿਆ ਕੇ ਵਪਾਰੀ ਨੂੰ ਦਿੰਦੇ ਨੇ। ਵਪਾਰੀ ਉਹਨਾਂ ਮੋਤੀਆਂ ਮੁਕਤਾਹਲਾਂ ਦਾ ਫਿਰ ਵਪਾਰ ਕਰਦਾ, ਧਨ ਕਮਾਉਂਦਾ। ਜਿਹੜਾ ਤੇ ਆਰਥਿਕ ਪੱਖ ਤੋਂ ਦੁਖੀ ਹੈ, ਭਾਵ ਜੀ ਦਾ ਆਰਥਿਕ ਪੱਖ ਕਮਜ਼ੋਰ ਹੈ, ਸੁਭਾਵਿਕ ਜਿਹੀ ਬਾਤ ਹੈ, ਉਹ ਦੁੱਖਾਂ ਵਿੱਚ ਬੈਠਾ, ਇਕਨੋਮਿਕਲੀ ਉਹਦੇ ਕੋਲ ਕੋਈ ਬਹੁਤਾ ਧਨ ਨਹੀਂ। ਜਿਹਦੇ ਕੋਲ ਇਕਨੋਮਿਕਲੀ ਧਨ ਨਹੀਂ ਹੈ ਉਹ ਦੁਖੀ ਹੈ। ਹੁਣ ਜਦੋਂ ਉਹ ਗੋਤਾਖੋਰ ਬਣ ਕੇ ਗੋਤਾ ਲਾਉਣ ਲੱਗ ਜਾਏਗਾ, ਉਹਦੇ ਚੋਂ ਮੋਤੀ ਹਾਸਲ ਕਰੇਗਾ, ਉਹਦੇ ਦੁੱਖਾਂ ਦਾ ਕਾਗਜ਼ ਫਟ ਜਾਏਗਾ, ਕਿਉਂਕਿ ਇਕਨੋਮਿਕਲੀ ਉਹਦੇ ਕੋਲ ਧਨ ਦੌਲਤ, ਇਕਨੋਮਿਕਲੀ ਉਹਦੀ ਸਿਚੁਏਸ਼ਨ ਸਟਰੋਂਗ ਹੋ ਜਾਏਗੀ, ਉਹ ਇਕਨੋਮਿਕਲੀ ਬੜਾ ਵਧੀਆ ਸਟੈਂਡ ਹੋ ਜਾਏਗਾ, ਉਹਦਾ ਆਰਥਿਕ ਪੱਖ ਮਜ਼ਬੂਤ ਹੋ ਜਾਏਗਾ। ਆਰਥਿਕ ਪੱਖ ਦੀ ਕਮਜ਼ੋਰੀ ਕਰਕੇ ਜਿਹੜੇ ਦੁੱਖ ਸਨ ਉਹ ਸਾਰੇ ਮਿਟ ਜਾਣਗੇ। ਇੱਥੇ ਦੋਵੇਂ ਹੀ ਹਾਲਾਤ ਸਤਿਗੁਰੂ ਜੀ ਰੱਖਦੇ। ਭੱਟ ਜੀ ਕਹਿੰਦੇ ਜਿਹੜਾ ਹੰਸ ਬਣ ਜਾਂਦਾ ਆ ਕੇ ਸਰੋਵਰ ਦੇ ਕਿਨਾਰੇ, ਉਹ ਕੌਤਕ ਕਰਦਾ, ਮੌਤ ਦਾ ਡਰ ਮੁੱਕ ਜਾਂਦਾ, ਤੇ ਜਿਹੜਾ ਮੌਤ ਦੇ ਡਰ ਨੂੰ ਛੱਡ ਕੇ ਗੋਤਾਖੋਰ ਬਣ ਕੇ ਗੋਤਾ ਵਿੱਚ ਲਾਉਂਦਾ, ਉਹਦੇ ਵੀ ਜੀਵਨ ਵਿੱਚੋਂ ਦੁੱਖਾਂ ਦਾ ਕਾਗਜ਼ ਫਟ ਜਾਂਦਾ, ਦੁੱਖਾਂ ਦਾ ਲੇਖਾ ਫਟ ਜਾਂਦਾ। ਉਹਨਾਂ ਦੀ ਜ਼ਿੰਦਗੀ ਵਿੱਚੋਂ ਵੀ ਦੁੱਖ ਮੁੱਕ ਗਏ। ਫਿਰ ਆਖਦੇ ਕਲਯੁਗ ਦੁਰਤ ਦੂਰ ਕਰਬੇ ਕਉ। ਇਸ ਸਮੇਂ ਵਿਚਲੇ ਦੁੱਖ, ਇਸ ਸਮੇਂ ਵਿਚਲੇ ਪਾਪ, ਇਸ ਸਮੇਂ ਵਿਚਲੀਆਂ ਤਕਲੀਫਾਂ ਦੂਰ ਕਰਬੇ ਕਉ। ਦੂਰ ਕਰਨ ਦੇ ਵਾਸਤੇ ਦਰਸ਼ਨ ਗੁਰੂ ਸਗਲ ਸੁਖ ਸਾਗਰ, ਗੁਰੂ ਦੇ ਦਰਸ਼ਨ ਨੇ, ਜਿਹੜਾ ਇੱਕ ਬੜਾ ਵੱਡਾ ਸੁੱਖਾਂ ਦਾ ਸਾਗਰ ਸਰੋਵਰ ਹੈ। ਤੇ ਜਿਹੜਾ ਗੁਰੂ ਦੇ ਆ ਕੇ ਦਰਸ਼ਨ ਕਰਦਾ, ਇਸ ਸਰੋਵਰ ਦਾ ਸੰਗ ਕਰਦਾ, ਉਹਦੇ ਜੀਵਨ ਵਿੱਚੋਂ ਸਾਰੇ ਪਾਪ ਦੁੱਖ ਤਕਲੀਫਾਂ ਮੁੱਕ ਜਾਂਦੀਆਂ, ਕਿਉਂਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਆਉਣ ਵਾਲਾ ਕਦੇ ਦੁਖੀ ਨਹੀਂ ਜੇ ਹੋਇਆ, ਉਹ ਸਦਾ ਹੀ ਸੁਖੀ ਰਹਿੰਦਾ।
ਜੇ ਗੁਰੂ ਰਾਮਦਾਸ ਪਾਤਸ਼ਾਹ ਸੋਮੇ ਸ਼ਾਹ ਨੂੰ ਕਹਿ ਸਕਦੇ ਨਾ, ਸ਼ਾਹਾਂ ਦਾ ਸ਼ਾਹ ਬੇਪਰਵਾਹ, ਕਿਤੇ ਗੁਰੂ ਅੱਗੇ ਆਪਾਂ ਸਮਰਪਣ ਕਰਨ ਦੀ ਜਾਚ ਆ ਜਾਏ ਤੇ ਬਾਪੂ ਸਾਨੂੰ ਵੀ ਬਾਦਸ਼ਾਹ ਬਣਾਉਣ ਲੱਗਿਆਂ ਕਦੇ ਗੁਰੇਜ਼ ਨਹੀਂ ਕਰੇਗਾ। ਪਰ ਸੋਮੇ ਸ਼ਾਹ ਵਰਗੀ ਅਵਸਥਾ ਤੇ ਹੋਵੇ ਨਾ, ਸੋਮੇ ਸ਼ਾਹ ਵਰਗਾ ਮਨ ਤੇ ਹੋਵੇ। ਜੇ ਗੁਰੂ ਨੇ ਕਿਹਾ ਨਾ ਵੱਟਤ ਚਾਹੀਦੀ ਹੈ ਤੇ ਗੁਰੇਜ਼ ਨਹੀਂ ਕੀਤਾ ਵੀ ਮੈਂ ਨਹੀਂ ਦੇਣੀ। 2 ਦਿਨ ਗੁਰੂ ਸਾਹਿਬ ਆਪ ਮੰਗਦੇ ਰਹੇ, ਤੀਜੇ ਦਿਨ ਆਪ ਲੈ ਕੇ ਚਲਾ ਗਿਆ ਵੀ ਸਤਿਗੁਰੂ ਅੱਜ ਲੈਣ ਨਹੀਂ ਆਇਆ, ਵੱਟਤ ਹੈ ਮੈਂ ਤੁਹਾਨੂੰ ਦੇਣ ਆਇਆ। ਤੇ ਬਾਪੂ ਕਿੱਡੇ ਪਿਆਰ ਨਾਲ ਨਵਾਜਦੇ ਵੀ ਤੂੰ ਸ਼ਾਹਾਂ ਦਾ ਵੀ ਸ਼ਾਹ ਹੈ ਤੇ ਬੇਪਰਵਾਹ, ਤੈਨੂੰ ਪਰਵਾਹ ਕਿਸੇ ਦੀ ਨਹੀਂ, ਤੈਨੂੰ ਕਦੇ ਕਮੀ ਨਹੀਂ ਆਏਗੀ, ਤੈਨੂੰ ਕਦੇ ਤੋਟ ਨਹੀਂ ਆਏਗੀ। ਕਲਯੁਗ ਦੁਰਤ ਦੂਰ ਕਰਬੇ ਕੋ, ਦਰਸ਼ਨ ਗੁਰੂ ਸਗਲ ਸੁਖ ਸਾਗਰ। ਸਾਰੇ ਸੁੱਖਾਂ ਦਾ ਸਾਗਰ ਸਿਰਫ ਗੁਰੂ ਦੇ ਦਰਸ਼ਨ ਦੀਦਾਰ, ਜੇ ਕਿਤੇ ਕਰਨ ਦੀ ਜਾਚ ਆ ਜਾਏ ਤੇ। ਕਿਉਂਕਿ ਅੱਖਾਂ ਨਾਲ ਤੇ ਅਸੀਂ ਸ਼ਾਇਦ ਰੋਜ਼ ਵੇਖਦੇ ਹਾਂ, ਰੋਜ਼ ਦਰਸ਼ਨ ਕਰੀਦੇ ਅੱਖਾਂ ਨਾਲ, ਤੇ ਇਹ ਵੀ ਕਹਿ ਸਕਦੇ ਹਾਂ ਵੀ ਇੱਕ ਵਾਰੀ ਨਹੀਂ, ਦਿਨ 'ਚ 2 ਵਾਰ 3 ਵਾਰ ਵੀ ਕਈ ਵਾਰੀ ਦਰਸ਼ਨ ਕਰ ਲਈਦੇ ਨੇ ਅੱਖਾਂ ਦੇ ਨਾਲ। ਪਰ ਸ਼ਾਇਦ ਅਜੇ ਤੱਕ ਅਸੀਂ ਆਪਣੇ ਜੀਵਨਾਂ ਵਿੱਚ ਸੁੱਖ ਜਿਹੜਾ ਚਾਹੀਦਾ ਨਾ ਉਹ ਨਹੀਂ ਹਾਸਲ ਕਰ ਸਕੇ। ਤੇ ਹੁਣ ਇਹ ਨਹੀਂ ਹੈ ਵੀ ਗੁਰੂ ਦੇ ਵਿੱਚ ਕੋਈ ਦੋਸ਼ ਹੈ। ਸੱਜਣਾ, ਤੇਰੀਆਂ ਅੱਖਾਂ ਨੂੰ ਦਰਸ਼ਨ ਕਰਨੇ ਹੀ ਨਹੀਂ ਆਏ, ਦੀਦਾਰ ਕਰਨੇ ਹੀ ਨਹੀਂ ਆਏ, ਕਿਉਂਕਿ ਇੱਥੇ ਤੇ ਦਰਸ਼ਨ ਕਰਨ ਵਾਲਾ ਇਹ ਆ ਕੇ ਕਹਿੰਦਾ ਅੰਦਰ ਸੱਚਾ ਨੇ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਗੁਰ ਦੇਖਾਂ ਸਾਹਮਣੇ। ਇੱਥੇ ਤੇ ਤਨ ਤੇ ਮਨ ਨਿਹਾਲ ਹੋ ਜਾਂਦਾ ਜਦੋਂ ਗੁਰੂ ਦੇ ਦਰਸ਼ਨ ਕਰਾਂ, ਤੇ ਮੈਂ ਅਜੇ ਵੀ ਆ ਕੇ ਆਖਾਂ ਵੀ ਸਤਿਗੁਰੂ ਦੁੱਖਾਂ ਵਿੱਚ ਬੈਠਾ, ਕੋਈ ਨਾ ਕੋਈ ਤੇ ਕਮੀ ਹੈ ਨਾ ਮੇਰੇ ਦਰਸ਼ਨ ਕਰਨ ਵਿੱਚ। ਗੁਰੂ ਤੇ ਸੁੱਖ ਵਰਤਾ ਰਿਹਾ, ਗੁਰੂ ਤੇ ਰਹਿਮਤਾਂ ਵਰਤਾ ਰਿਹਾ, ਕਮੀ ਮੇਰੇ ਵਿੱਚ ਹੈ, ਮੈਨੂੰ ਅਜੇ ਤੱਕ ਦਰਸ਼ਨ ਕਰਨ ਦੀ ਜਾਚ ਹੀ ਨਹੀਂ ਆਈ। ਤੇ ਅੱਖਾਂ ਨਾਲ ਨਹੀਂ, ਕਿਤੇ ਉਹ ਦਰਸ਼ਨ ਕਰਨੇ ਆ ਜਾਣ ਜਿਹਨੂੰ ਸਤਿਗੁਰੂ ਕਹਿੰਦੇ ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਜਿੱਦਣ ਆਹ ਦਰਸ਼ਨ ਕਰਨੇ ਆ ਜਾਣ ਨਗੇਣਾ, ਉਦਣ ਸੱਚਮੁੱਚ ਸੁੱਖਾਂ ਦੇ ਸਾਗਰ ਵਿੱਚੋਂ, ਸਰੋਵਰ ਦੇ ਵਿੱਚੋਂ ਮੋਤੀ ਮੁਕਤਾਹਲ ਜਿਹੜੇ ਉਹ ਵੀ ਸਾਨੂੰ ਮਿਲ ਜਾਵਣਗੇ। ਜਾ ਕੋ ਮਨ ਧਿਆਨ ਤਰੇ ਫਿਰਤ ਸਕਲ ਜੁਗ, ਕਬਹੁ ਕਾਕੂ ਪਾਵੇ ਆਤਮ ਪ੍ਰਗਾਸ ਕੋ। ਫਿਰ ਕਹਿੰਦੇ ਜਾ ਕੋ ਮਨ ਧਿਆਨ ਧਰੈ ਫਿਰਤ ਸਗਲ ਜੁਗ, ਕਬਹੁ ਕਉ ਪਾਵੇ। ਹੁਣ ਅਕਾਲ ਪੁਰਖ ਪਰਮੇਸ਼ਵਰ ਦਾ ਧਿਆਨ ਧਰਨ ਵਾਸਤੇ ਮੁਨੀ ਜਨ ਜਿਹੜੇ ਉਹ ਤੁਰੇ ਫਿਰਦੇ ਸਾਰੇ ਜਗਤ ਵਿੱਚ ਹੀ ਨੇ। ਰੱਬ ਨੂੰ ਮੰਨਣ ਵਾਲੇ ਸਾਰੇ ਹੀ ਰੱਬ ਨੂੰ ਪ੍ਰਾਪਤ ਨਹੀਂ ਕਰਦੇ। ਰੱਬ ਦੀ ਪ੍ਰਾਪਤੀ ਕਿਸੇ ਵਿਰਲੇ ਵਿਰਲੇ ਨੂੰ ਹੁੰਦੀ ਹੈ। ਜਿਵੇਂ ਖਨਵਾਰਾ ਜਿਹੜਾ ਖਾਨ ਖੋਦਣ ਵਾਲਾ ਹੈ, ਬਹੁਤ ਨੇ ਜਿਹੜੇ ਖਾਨਾਂ ਦੀ ਖੋਜ ਕਰਨ ਵਾਲੇ ਨੇ, ਸਾਰਿਆਂ ਨੂੰ ਹੀ ਖਾਨ ਮਿਲ ਜਾਏ ਜਾਂ ਹੀਰੇ ਮਿਲ ਜਾਣ, ਨਹੀਂ ਕੋਈ ਟਾਵਾਂ ਟਾਵਾਂ ਜਿਹਨੂੰ ਖਾਨ ਦੀ ਪ੍ਰਾਪਤੀ ਹੁੰਦੀ। ਜਿਵੇਂ ਖਜ਼ਾਨਿਆਂ ਨੂੰ ਲੱਭਣ ਵਾਲੇ ਕਈ ਨੇ, ਪਰ ਖਜ਼ਾਨਾ ਕਿਸੇ ਵਿਰਲੇ ਵਿਰਲੇ ਨੂੰ ਲੱਭਦਾ। ਏਦਾਂ ਹੀ ਰੱਬ ਨੂੰ ਮੰਨਣ ਵਾਲੇ ਕਈ ਨੇ, ਪਰ ਰੱਬ ਦੀ ਪ੍ਰਾਪਤੀ ਕਿਸੇ ਵਿਰਲੇ ਵਿਰਲੇ ਨੂੰ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਜਾਕੋ ਮਨ ਧਿਆਨ ਧਰੈ, ਜਿਸ ਦਾ ਧਿਆਨ ਮਨ ਧਰਦੇ ਨੇ, ਫਿਰਤ ਸਗਲ ਜੁਗ ਸਾਰੇ ਜਗਤ ਵਿੱਚ ਫਿਰਦੇ, ਕਬਹੂ ਕਉ ਪਾਵੇ, ਕਦੇ ਕਦੇ ਕੋਈ ਆਤਮਿਕ ਚਾਨਣ ਜਿਹੜਾ ਨਾ ਉਹਨੂੰ ਹਾਸਲ ਕਰਦਾ, ਉਹਨੂੰ ਪ੍ਰਾਪਤ ਹੁੰਦਾ। ਆਤਮ ਪ੍ਰਗਾਸ਼ ਕਹੋ। ਆਤਮ ਪ੍ਰਗਾਸ਼ ਮਤਲਬ ਅੰਦਰਲਾ ਆਤਮਿਕ ਚਾਨਣ।
ਆਤਮਿਕ ਚਾਨਣ ਕਬਹੂ ਕੋਊ ਪਾਵੇ, ਕਦੇ ਕਦੇ ਕੋਈ ਹਾਸਲ ਕਰਦਾ ਹੈ, ਨਹੀਂ ਤੇ ਆਤਮਿਕ ਚਾਨਣ ਲੱਭਣ ਨੂੰ ਤੇ ਸਾਰੇ ਹੀ ਲੱਭ ਰਹੇ, ਪਰ ਮਿਲਦਾ ਕਿਸੇ ਕਿਸੇ ਨੂੰ ਹੈ। ਕੋਈ ਵਿਰਲਾ ਹੈ ਜਿਹਦੇ ਹਿਰਦੇ ਰੂਪੀ ਘਰ ਵਿੱਚ ਰੌਸ਼ਨੀ ਹੁੰਦੀ ਹੈ। ਚਾਹੁੰਦਾ ਹਰ ਕੋਈ ਹੈ ਕਿ ਹਿਰਦੇ ਵਿੱਚ ਚਾਨਣ ਹੋਵੇ, ਹਿਰਦਾ ਪ੍ਰਗਾਸ ਦੇ ਨਾਲ ਭਰ ਜਾਏ, ਹਿਰਦਾ ਚਾਨਣ ਰੌਸ਼ਨੀ ਨਾਲ ਭਰੀਪੂਰ ਹੋ ਜਾਏ। ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਪ੍ਰਕਾਸ਼ ਸਰੂਪ ਹੈ ਉਹਦੀ ਪ੍ਰਾਪਤੀ ਹੋ ਜਾਏ, ਹਰ ਹਿਰਦਾ ਚਾਹੁੰਦਾ ਹੈ। ਪਰ ਕੋਈ ਟਾਵਾਂ ਟਾਵਾਂ ਜਿੱਥੇ ਤੱਕ ਉਸ ਪ੍ਰਕਾਸ਼ ਦੀਆਂ ਕਿਰਨਾਂ ਪਹੁੰਚਦੀਆਂ, ਕੋਈ ਟਾਵਾਂ ਹੀ ਹਿਰਦਾ ਜਿੱਥੇ ਉਸ ਪ੍ਰਕਾਸ਼ ਦਾ ਚਾਨਣ ਹੁੰਦਾ ਹੈ। ਨਹੀਂ ਤੇ ਹਰ ਜੀਵ ਕੋਸ਼ਿਸ਼ ਜ਼ਰੂਰ ਕਰ ਰਿਹਾ, ਯਤਨ ਜ਼ਰੂਰ ਕਰ ਰਿਹਾ, ਪਰ ਕਿਤੇ ਨਾ ਕਿਤੇ ਕਮੀ ਹੈ। ਜਾਂ ਇਹ ਕਹਿ ਸਕਦੇ ਹਾਂ ਕਿ ਅਸੀਂ ਖੁਦ ਹਨੇਰੇ ਕਮਰਿਆਂ ਵਿੱਚ ਬੈਠੇ ਉਮੀਦਾਂ ਲਾ ਕੇ ਬੈਠੇ ਹਾਂ ਕਿ ਜੇ ਚਾਨਣ ਕੋਲ, ਸੂਰਜ ਕੋਲ ਇੰਨੀ ਤਾਕਤ ਹੈ, ਰੌਸ਼ਨੀ ਹੈ, ਤੇ ਫਿਰ ਉਹ ਮੇਰੇ ਘਰ 'ਚ, ਮੇਰੇ ਕਮਰੇ 'ਚ ਚਾਨਣ ਕਰਕੇ ਵਿਖਾਵੇ, ਮੈਂ ਕਮਰਾ ਸਾਰੇ ਪਾਸਿਓਂ ਬੰਦ ਕਰਕੇ ਬੈਠਾ। ਹੁਣ ਅਸੀਂ ਜੇ ਸੰਸਾਰਕ ਤੌਰ ਤੇ ਵੇਖੀਏ, ਇੱਕ ਕਮਰਾ ਐਸਾ ਬਣਾ ਲਈਏ ਜਿਹਦੇ 'ਚ ਕੋਈ ਦਰਵਾਜ਼ਾ ਨਹੀਂ, ਕੋਈ ਬਾਰੀ ਨਹੀਂ, ਕੋਈ ਕੁਛ ਨਾ ਰੱਖਿਆ ਹੋਵੇ, ਤੇ ਉਹਦੇ ਵਿੱਚ ਬਹਿ ਕੇ ਅਸੀਂ ਸੂਰਜ ਨੂੰ ਚੈਲੰਜ ਕਰਦੇ ਫਿਰੀਏ ਵੀ ਵਿਖਾ ਚਾਨਣ ਕਰਕੇ ਹੁਣ ਇਸ ਕਮਰੇ 'ਚ, ਤੇ ਕੀ ਚਾਨਣ ਹੋ ਜਾਏਗਾ? ਤੇ ਅਸੀਂ ਕੀ ਕਵਾਂਗੇ? ਸੂਰਜ ਕੋਲ ਚਾਨਣ ਹੀ ਨਹੀਂ। ਸੂਰਜ ਕੋਲ ਤੇ ਚਾਨਣ ਹੈ ਸੱਜਣਾ, ਚਾਨਣ ਲੈਣ ਦੀ ਤੇਰੀ ਨੀਅਤ ਨਹੀਂ ਹੈ। ਸੂਰਜ ਤੇ ਚਾਨਣ ਦੇ ਰਿਹਾ, ਤੇਰੀ ਬਿਰਤੀ ਉੱਲੂਆਂ ਵਾਲੀ ਹੈ, ਤੂੰ ਚਾਹੁੰਦਾ ਹੀ ਨਹੀਂ ਹੈ ਵੀ ਤੈਨੂੰ ਚਾਨਣ ਮਿਲੇ। ਰੱਬ ਤੇ ਚਾਨਣ ਸਰੂਪ ਹੈ, ਉਹ ਤੇ ਚਾਨਣ ਪਸਾਰ ਹੀ ਰਿਹਾ, ਬਖੇਰ ਹੀ ਰਿਹਾ, ਪਰ ਸੱਜਣਾ ਤੇਰੀ ਬਿਰਤੀ ਹੀ ਉੱਲੂਆਂ ਵਾਲੀ ਬਣ ਚੁੱਕੀ ਹੈ, ਤੂੰ ਚਾਨਣ ਲੈਣਾ ਹੀ ਨਹੀਂ ਚਾਹੁੰਦਾ, ਤੈਨੂੰ ਹਨੇਰਾ ਪਸੰਦ ਹੈ। ਤੇ ਸ਼ਾਇਦ ਅਸੀਂ ਰੱਬ ਨੂੰ ਚੈਲੰਜ ਕਰਕੇ ਬੈਠੇ ਹਾਂ ਵੀ ਰੱਬਾ, ਜੇ ਤੇਰੇ ਕੋਲ ਬਲ ਹੈ, ਤਾਕਤ ਹੈ, ਤੇ ਸਾਡੇ ਹਿਰਦਿਆਂ ਦੇ ਘਰ, ਹਿਰਦੇ ਰੂਪੀ ਘਰਾਂ ਵਿੱਚ ਚਾਨਣ ਕਰਕੇ ਵਿਖਾ। ਤੇ ਮਾਲਕ ਜੀ ਭੱਟ ਮਥੁਰਾ ਜੀ ਕਹਿੰਦੇ, ਜਾਕੋ ਮਨ ਧਿਆਨ ਧਾਰੈ ਫਿਰਤ ਸਗਲ ਜੁਗ ਕਬਹੂ ਕੋਊ ਪਾਵੇ। ਕੋਈ ਵਿਰਲਾ ਹੀ ਹੈ ਜਿਹੜਾ ਆਤਮ ਪ੍ਰਗਾਸ ਨੂੰ ਹਾਸਲ ਕਰਦਾ ਹੈ। ਵੇਦ ਬਾਣੀ ਸਹਿਤ ਬਿਰੰਚ ਜਸ ਗਾਵੇ ਜਾਕੋ, ਸ਼ਿਵ ਮਨ ਗਹਿ ਨਾ ਤਜਾਤ ਕਬਿਲਾਸ ਕੋ। ਫਿਰ ਕਹਿੰਦੇ ਜਿਸ ਦਾ ਜਸ ਵੇਦ ਬਾਣੀ ਸਹਿਤ ਬਿਰੰਚ, ਇਹ ਸਾਰੇ ਜਿਨ੍ਹਾਂ ਨੂੰ ਵੇਦ ਵੀ ਗਾ ਰਹੇ, ਧਾਰਮਿਕ ਗ੍ਰੰਥ ਗਾ ਰਹੇ, ਬ੍ਰਹਮਾ ਜੀ ਵੀ ਗਾ ਰਹੇ, ਸ਼ਿਵ ਜੀ ਵੀ ਗਾ ਰਹੇ, ਸਾਰੇ ਹੀ ਜਿਸ ਦਾ ਜਸ ਗਾ ਰਹੇ ਨੇ। ਇੱਥੋਂ ਤੱਕ ਭੱਟ ਮਥੁਰਾ ਜੀ ਨੇ ਜ਼ਿਕਰ ਕੀਤਾ, ਕਹਿੰਦੇ ਜਾਕੋ ਸ਼ਿਵ ਮੁਨ ਗਹਿ ਨਾ ਤਜਾਤ ਕਬਿਲਾਸ ਕੋ, ਜਿਨ੍ਹਾਂ ਨੂੰ ਜਿਸ ਖਾਤਰ, ਜਿਸ ਦੇ ਲਈ ਮੰਨਿਆ ਜਾਂਦਾ ਹੈ, ਮਿਥਿਹਾਸ ਕਹਿੰਦਾ ਹੈ ਕਿ ਕੈਲਾਸ਼ ਪਰਬਤ ਦੇ ਜਾ ਕੇ ਸ਼ਿਵ ਜੀ ਨੇ ਉਹਨੂੰ ਪਕੜ ਲਿਆ, ਕੈਲਾਸ਼ ਪਰਬਤ ਨੂੰ ਪਕੜ ਲਿਆ, ਤੇ ਉਹਨੂੰ ਛੱਡਿਆ ਨਹੀਂ। ਪਕੜਿਆ ਕਿਹਦੇ ਲਈ? ਪਰਮੇਸ਼ਵਰ ਦੇ ਲਈ, ਅਕਾਲ ਪੁਰਖ ਦੇ ਲਈ। ਉਹਨੇ ਤਿਆਗਿਆ ਨਹੀਂ, ਜਿਹਦੇ ਵਾਸਤੇ ਇਹ ਦੇਵਤੇ ਵੀ ਐਸੇ ਕਰਮ ਕਰ ਰਹੇ ਨੇ, ਜਿਹਦੀ ਉਪਮਾ, ਜਿਹਦੀ ਵਡਿਆਈ ਧਾਰਮਿਕ ਗ੍ਰੰਥ, ਵੇਦ, ਪੁਰਾਣ, ਕੁਰਾਨ ਸਾਰੇ ਹੀ ਜਿਸ ਦੀ ਵਡਿਆਈ ਸ਼ੋਭਾ ਗਾ ਰਹੇ ਹਨ। ਜਾਕੋ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ, ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕੋ। ਜਿਸ ਦੇ ਲਈ ਸਾਰੇ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ, ਅਨੇਕਾਂ ਤਪੀ ਜਿਹੜੇ ਜਟਾ ਜੂਟ ਭੇਖ ਕੀਏ, ਉਹ ਵੀ ਇਸ ਤਰ੍ਹਾਂ ਦੇ ਭੇਖ ਆਪਣੇ ਆਪਣੇ ਧਰਮ ਦੇ ਮੁਤਾਬਕ ਜਾਂ ਉਹਨਾਂ ਦੀ ਜਿਸ ਪ੍ਰਕਾਰ ਪੈਰੋਕਾਰ ਕਹਿੰਦੇ ਨੇ, ਜਟਾਵਾਂ ਰੱਖਣੀਆਂ ਜਾਂ ਭੇਖ ਧਾਰਨ ਕਰਨੇ। ਫਿਰਤ ਉਦਾਸ ਕੋ, ਕਹਿੰਦੇ ਇਦਾਂ ਦੇ ਭੇਖ ਧਾਰਨ ਕਰਕੇ ਤੇ ਉਦਾਸ ਹੋ ਕੇ ਉਹ ਫਿਰ ਰਹੇ ਹਨ। ਸੋ ਤਿਨ ਸਤਿਗੁਰ ਸੁਖ ਪਾਏ ਕਿਰਪਾ ਧਾਰੀ ਜੀਅ, ਨਾਮ ਕੀ ਬੜਾਈ ਦਈ ਗੁਰ ਰਾਮਦਾਸ ਕੋ। ਹੁਣ ਖਿਆਲ ਕਰਿਓ, ਜਿਹਨੂੰ ਸਾਰੇ ਮੁਨ, ਜਿਹਨੂੰ ਸਾਰੇ ਜਨ, ਜਿਹਨੂੰ ਸਾਰੇ ਸਿੱਧ ਸਾਧਕ ਬ੍ਰਹਮਾ ਜੀ ਵਰਗੇ ਵੇਦ ਗਾ ਰਹੇ, ਸ਼ਿਵ ਜੀ ਗਾ ਰਹੇ, ਸਾਰੇ ਜਿਨ੍ਹਾਂ ਨੂੰ, ਜਿਸ ਨੂੰ ਗਾ ਰਹੇ ਨੇ, ਉਸ ਅਕਾਲ ਪੁਰਖ ਪਰਮੇਸ਼ਵਰ ਹਰੀ ਰੂਪ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਆਪ ਪ੍ਰਸੰਨ ਹੋ ਕੇ ਜੋ ਜ਼ਿਕਰ ਇੱਥੇ ਕੀਤਾ, ਸੋ ਤਿੰਨ ਸਤਿਗੁਰ ਸੁਖ ਪਾਏ, ਉਸ ਹਰੀ ਰੂਪ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ
ਪ੍ਰੇਮ ਵਿੱਚ ਸੁਖ ਪ੍ਰਸੰਨ ਹੋ ਕੇ, ਸੁਖ ਦਾ ਲਫ਼ਜ਼ ਹੈ ਤੇ ਖੁਸ਼ੀ, ਪ੍ਰਸੰਨਤਾ, ਪ੍ਰਸੰਨ ਹੋ ਕਰਕੇ ਕਿਰਪਾ ਧਾਰੀ, ਉਹਨਾਂ ਨੇ ਕਿਰਪਾ ਕੀਤੀ ਜੀਵਾਂ ਦੇ ਉੱਤੇ, ਨਾਮ ਕੀ ਵਡਾਈ ਦਈ, ਨਾਮ ਦੀ ਵਡਿਆਈ ਦਿੱਤੀ ਗੁਰੂ ਰਾਮਦਾਸ ਕੋ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ। ਭਾਵ ਪਰਮਾਤਮਾ ਅਕਾਲ ਪੁਰਖ ਜਿਹਨੂੰ ਸਾਰੇ ਦਾ ਸਾਰਾ ਸਮਾਜ ਖੋਜ ਰਿਹਾ, ਲੱਭ ਰਿਹਾ, ਉਹ ਪਰਮਾਤਮਾ ਦੇ ਰੂਪ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੇ ਨਾਮ ਦੀ ਵਡਿਆਈ ਦੀ ਜਿਹੜੀ ਦਾਤ ਹੈ ਉਹ ਧੰਨ ਗੁਰੂ ਰਾਮਦਾਸ ਸਾਹਿਬ ਦੀ ਝੋਲੀ ਵਿੱਚ ਪਾਈ, ਸਮਾਜ ਦੇ ਲੋਕਾਂ ਉੱਤੇ ਕਿਰਪਾ ਕਰਨ ਵਾਸਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਬਖਸ਼ਿਸ਼ ਉਹ ਗੁਰੂ ਅਮਰਦਾਸ ਸਾਹਿਬ ਜੀ ਕਰਦੇ ਨੇ। ਇਸ ਪ੍ਰਕਾਰ ਅੱਜ ਭੱਟ ਮਥੁਰਾ ਜੀ ਨੇ ਗੁਰੂ ਰਾਮਦਾਸ ਸਾਹਿਬ ਦੀ ਸ਼ੋਭਾ ਵਡਿਆਈ ਜਿਹੜੀ ਉਹਨੂੰ ਗਾਵਿਆ। ਕੋਈ ਵਿਰਲਾ ਟਾਵਾਂ ਟਾਵਾਂ ਹੀ ਹੈ ਜਿਹੜਾ ਹੰਸ ਰੂਪ ਬਣ ਕੇ, ਜਿਵੇਂ ਆਪਾਂ ਇਤਿਹਾਸ ਦੇ ਪੰਨੇ ਫਰੋਲੀਏ ਨਾ, ਤੇ ਇੱਕ ਬਾਬਾ ਬੁੱਢਾ ਜੀ ਜਿਹੜੇ ਨਾ ਉਹ ਹੰਸ ਨੇ ਜਿਨ੍ਹਾਂ ਕੱਲੇ ਕੱਲੇ ਮੋਤੀ ਦੀ ਕੀਮਤ ਨੂੰ ਜਾਣਿਆ। ਤੇ ਅਸੀਂ ਉਹਨਾਂ ਦੀ ਜਿਹੜੀ ਵਡਿਆਈ ਹੈ, ਉਹਨਾਂ ਦੀ ਜਿਹੜੀ ਅਵਸਥਾ ਹੈ, ਉਸ ਅਵਸਥਾ ਦੇ ਬਾਰੇ ਕੁਝ ਬਿਆਨ ਕਦਾ ਚਿੱਤ ਵੀ ਨਹੀਂ ਕਰ ਸਕਦੇ। ਖੁਦ ਇਸ ਗੱਲ ਦਾ ਅੰਦਾਜ਼ਾ ਲਾ ਕੇ ਵੇਖੋ ਮਨਾਂ ਵਿੱਚ ਕਿ ਬਾਬਾ ਬੁੱਢਾ ਜੀ ਕਿਸ ਅਵਸਥਾ ਦੇ ਮਾਲਕ ਹੋਣਗੇ ਤੇ ਕਿੱਦਾਂ ਦਾ ਜੀਵਨ ਹੋਏਗਾ, ਜਿਹਨੂੰ ਗੁਰੂ ਨਾਨਕ ਸਾਹਿਬ ਆਪਣੀ ਰਸਨਾ ਤੋਂ ਕਹਿੰਦੇ ਬੁੱਢਿਆ ਤੈਥੋਂ ਓਲੇ ਕਦੇ ਨਾ ਹੋਸਾਂ। ਕੈਸਾ ਜੀਵਨ ਹੋਏਗਾ ਉਹਨਾਂ ਦਾ ਵੀ ਤੇਰੇ ਤੋਂ ਓਲੇ ਨਹੀਂ, ਮੈਂ ਦੁਨੀਆ ਭਾਵੇਂ ਸਾਰੀ ਤੋਂ ਓਲੇ ਹੋ ਜਾਵਾਂ ਪਰ ਬੁੱਢਿਆ ਤੈਥੋਂ ਓਲੇ ਕਦੇ ਨਾ ਹੋਸਾਂ। ਤੇ ਉਹ ਵੇਖੋ ਨਾ, ਇਤਿਹਾਸ ਦੇ ਪੰਨਿਆਂ ਨੇ ਗਵਾਹੀ ਭਰੀ, ਭਾਈ ਲਹਿਣਾ ਗੁਰਤਾ ਗੱਦੀ ਤੇ ਬੈਠੇ ਸਮਾਜ ਤੋਂ ਓਲੇ ਨੇ, ਪਰ ਉਦੋਂ ਤਰਕੀਬ ਬਾਬਾ ਬੁੱਢਾ ਜੀ ਨੇ ਲਾਈ, ਕਿਉਂਕਿ ਤੈਥੋਂ ਓਲੇ ਕਦੇ ਨਾ ਹੋਸਾਂ। ਫਿਰ ਗੁਰੂ ਅਮਰਦਾਸ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ, ਉਹ ਵੀ ਸਮਾਜ ਤੋਂ ਓਲੇ ਹੋ ਕੇ ਬਹਿ ਗਏ। ਸਾਰੇ ਹੈਰਾਨ ਨੇ ਕਿ ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲੀ ਤੇ ਮਾਲਕ ਕਿੱਥੇ ਸੁਭਾਏਮਾਨ ਨੇ, ਕਿੱਥੇ ਜਾ ਕੇ ਬੈਠੇ ਨੇ, ਸਾਰੇ ਹੈਰਾਨ। ਪਰ ਬਾਬਾ ਬੁੱਢਾ ਜੀ ਜਾਣਦੇ ਵੀ ਕਿੱਥੇ ਬੈਠੇ। ਤੇ ਫਿਰ ਤਰਕੀਬ ਫਿਰ ਲਾਈ। ਪਹਿਲੀ ਤਰਕੀਬ ਲਾਉਂਦੇ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਪ੍ਰਗਟ ਕਰਨ ਲਈ ਸਿੱਖਾਂ ਨੂੰ ਕਹਿੰਦੇ ਗੁਰਬਾਣੀ ਨੂੰ ਗਾਇਨ ਕਰੋ, ਕੀਰਤਨ ਕਰੋ। ਗੁਰਬਾਣੀ ਨੂੰ ਗਾਇਨ ਕਰਾਂਗੇ, ਗੁਰੂ ਅੰਗਦ ਦੇ ਪਾਤਸ਼ਾਹ ਆਪ ਚੱਲ ਕੇ ਆਉਣਗੇ। ਆ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ ਬਾਬਾ ਬੁੱਢਾ ਜੀ ਦੇ, ਕਿਉਂਕਿ ਜਿਹੜੇ ਬੋਲ ਸਤਿਗੁਰੂ ਨੇ ਵਰਤੇ ਆਪਣੀ ਰਸਨਾ ਤੋਂ, ਮਾਲਕ ਨੇ ਪੁਗਾਇਆ ਉਹਨਾਂ ਬੋਲਾਂ ਨੂੰ। ਉਤੋਂ ਬਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੋਂ ਸੁਭਾਏਮਾਨ ਹੋਏ ਗੁਰਤਾ ਗੱਦੀ ਤੇ, ਮਾਲਕ ਕਮਰੇ ਵਿੱਚ ਬੈਠੇ। ਉਹਨਾਂ ਨੇ ਬਕਾਇਦਾ ਇਹ ਵੀ ਕਹਿਤਾ ਵੀ ਕੋਈ ਦਰਵਾਜ਼ਾ ਖੋਲਣ ਦੀ ਹਿੰਮਤ ਵੀ ਨਾ ਕਰੇ। ਬਾਬਾ ਬੁੱਢਾ ਜੀ ਨੇ ਫਿਰ ਤਰਕੀਬ ਲਾਈ, ਦਰਵਾਜ਼ਾ ਨਹੀਂ ਦੀਵਾਰ ਨੂੰ ਸੰਨ ਲਾਇਆ। ਸੰਨ ਲਾ ਕੇ ਗੁਰੂ ਅਮਰਦਾਸ ਪਾਤਸ਼ਾਹ ਦੇ ਆਪ ਵੀ ਦਰਸ਼ਨ ਕੀਤੇ, ਨਾਲੇ ਸੰਗਤਾਂ ਨੂੰ ਦਰਸ਼ਨ ਕਰਵਾਏ। ਤੇ ਬਾਪਰੂਫ ਸਾਡੇ ਕੋਲ ਅੱਜ ਗੁਰਦੁਆਰਾ ਸੰਨ ਸਾਹਿਬ ਮੌਜੂਦ ਹੈ। ਤੇ ਜਿਹੜੇ ਬੋਲ ਗੁਰੂ ਨਾਨਕ ਸਾਹਿਬ ਨੇ ਬਾਬਾ ਬੁੱਢਾ ਜੀ ਦੇ ਪ੍ਰਥਾਏ ਆਪਣੀ ਰਸਨਾ ਤੋਂ ਆਖੇ ਸਨ ਨਾ ਵੀ ਤੈਥੋਂ ਓਲੇ ਕਦੇ ਨਾ ਹੋਸਾਂ, ਸਤਿਗੁਰੂ ਨੇ ਉਹਨਾਂ ਨੂੰ ਪ੍ਰਗਟਾਇਆ। ਬਕਾਇਦਾ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਤੱਕ ਮੌਜੂਦ ਰਹੇ। ਸਤਿਗੁਰੂ ਹਰਗੋਬਿੰਦ ਸਾਹਿਬ ਤੱਕ ਆਉਂਦਿਆਂ ਜਿੰਨੀਆਂ ਗੁਰਤਾ ਗੱਦੀ ਦੀਆਂ ਰਸਮਾਂ ਸਨ ਉਹ ਸਾਰੀਆਂ ਬਾਬਾ ਬੁੱਢਾ ਜੀ ਅਦਾ ਕਰਦੇ ਰਹੇ। ਇੱਥੋਂ ਤੱਕ ਧੰਨ ਗੁਰੂ ਅਰਜਨ ਦੇ ਪਾਤਸ਼ਾਹ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਇਹਨਾਂ ਸਾਰਿਆਂ ਦੀ ਵਿੱਦਿਆ ਦਾ ਪ੍ਰਬੰਧ ਵੀ ਬਾਬਾ ਬੁੱਢਾ ਜੀ ਕਰਦੇ। ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਸਤਰ ਵਿੱਦਿਆ ਵੀ ਸਿਖਾਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਸਤਰ ਵਿੱਦਿਆ ਬਾਬਾ ਬੁੱਢਾ ਜੀ ਸਿਖਾਉਂਦੇ। ਧੰਨ ਗੁਰੂ ਅਰਜਨ ਸਾਹਿਬ ਨੂੰ ਗੁਰਬਾਣੀ ਦੀ ਜਿਹੜੀ ਬਾਤ ਹੈ, ਜਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਾਣੀ, ਗੁਰੂ ਨਾਨਕ ਸਾਹਿਬ ਦੀ ਬਾਣੀ, ਗੁਰਬਾਣੀ ਦਾ ਗਿਆਨ, ਸੰਸਾਰਕ ਵਿੱਦਿਆ, ਸ਼ਸਤਰਾਂ ਦਾ ਗਿਆਨ, ਸਾਰੀ ਦੀ ਸਾਰੀ ਦਾਤ ਬਾਬਾ ਬੁੱਢਾ ਜੀ ਝੋਲੀ ਵਿੱਚ ਪਾਉਂਦੇ। ਆਪਾਂ ਇਹ ਕਦਾਚਿਤ ਵੀ ਨਹੀਂ ਆਖ ਸਕਦੇ। ਫਿਰ ਬਾਬਾ ਬੁੱਢਾ ਜੀ ਸਰੀਰ ਕਰਕੇ ਚਲਾਣਾ ਕਰਦੇ, ਅੱਗੋਂ ਵੰਸ਼ ਤੁਰਦੀ ਹੈ। ਬਾਬਾ ਬੁੱਢਾ ਜੀ ਤੋਂ ਬਾਅਦ ਵਿੱਚ ਉਹਨਾਂ ਦੀ ਵੰਸ਼, ਫਿਰ ਗੁਰੂ ਘਰ ਦੀ ਜ਼ਿੰਮੇਵਾਰੀ, ਉਹ ਜਿਹੜੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੇਣ ਦੀ ਰੀਤ ਚੱਲੀ ਆਉਂਦੀ, ਉਹ ਫਿਰ ਬਾਬਾ ਬੁੱਢਾ ਜੀ ਦੀ ਵੰਸ਼ ਨਿਭਾਉਂਦੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ
ਆਪਾਂ ਬਾਬਾ ਰਾਮ ਕੋਇਰ ਜੀ ਦੀ ਗੱਲ ਕਰਦੇ ਆ, ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ, ਜਿਹੜੇ ਉਦੋਂ ਧੰਨ ਗੁਰੂ ਕਲਗੀਧਰ ਸਾਹਿਬ ਪਾਤਸ਼ਾਹ ਵੇਲੇ ਵੀ ਮੌਜੂਦ ਨੇ। ਕਦਾ ਚਿੱਤ ਵੀ ਮਾਲਕ ਨੇ ਓਲਾ ਨਹੀਂ ਜੇ ਕੀਤਾ ਬਾਬਾ ਬੁੱਢਾ ਜੀ ਤੋਂ। ਜੇ ਬਚਨ ਆਖੇ ਤੇ ਸਤਿਗੁਰੂ ਨੇ ਉਹਨਾਂ ਨੂੰ ਪੂਰਿਆਂ ਵੀ ਕੀਤਾ। ਕਿਤੇ ਸਤਿਗੁਰੂ ਰਹਿਮਤ ਕਰਨ, ਆਪ ਬਖਸ਼ਿਸ਼ ਕਰਕੇ ਕਿਤੇ ਐਸੀ ਬਿਰਤੀ ਬਣ ਜਾਏ ਕਿ ਅਸੀਂ ਵੀ ਸਤਿਗੁਰੂ ਦੀ ਰਹਿਮਤ ਸਦਕਾ ਗੋਤਾਖੋਰ ਬਣ ਕੇ ਗੁਰੂ ਰਾਮਦਾਸ ਰੂਪੀ ਸਰੋਵਰ ਦੇ ਅੰਦਰ ਕਿਤੇ ਸਾਨੂੰ ਵੀ ਚੁੱਭੀਆਂ ਲਾਉਣ ਦੀ ਜਾਚ ਆ ਜਾਏ, ਮੋਤੀ ਤੇ ਮੁਕਤਾਹਲ ਅਸੀਂ ਵੀ ਹਾਸਲ ਕਰ ਸਕੀਏ, ਤਾਂ ਜੋ ਆਪਣੇ ਜੀਵਨਾਂ ਨੂੰ ਸਫਲ ਕਰਕੇ ਅਸੀਂ ਸੰਸਾਰ ਤੋਂ ਜਾਈਏ। ਗੁਰੂ ਅੱਗੇ ਹਰ ਵਕਤ ਇਹ ਅਰਦਾਸ, ਇਹ ਅਰਜ਼ੋਈਆਂ ਕਰਦੇ ਰਿਹਾ ਕਰੋ। ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਅੱਜ ਦੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਜਾ ਕੋ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ, ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕੋ। ਸੋ ਤਿਨ ਸਤਿਗੁਰ ਸੁਖ ਪਾਏ ਕਿਰਪਾ ਧਾਰੀ ਜੀਅ, ਨਾਮ ਕੀ ਬੜਾਈ ਦਈ ਗੁਰ ਰਾਮਦਾਸ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।